ਸਵਾਗਤ। ਡੀਡੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਉਹਨਾਂ ਦੇ ਆਪਣੇ ਮਨਪਸੰਦ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਮੈਂ ਹਾਂ ਪ੍ਰਭਦੀਪ ਕੌਰ ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਜੋਗੀ ਜੀ, ਮੈਂ ਨਾ ਦੇਖਿਆ, ਮੈਂ ਮਤਲਬ ਪਰਸਨਲ ਤਜਰਬਾ ਆ ਕਿ ਉਸ ਬਜ਼ੁਰਗ ਦੀਆਂ ਉਂਗਲਾਂ ਦੇ ਵਿੱਚ ਕੋਈ ਜਾਨ ਨਹੀਂ ਸੀ, ਪਰ ਜਦੋਂ ਮੈਂ ਸਿਰ ਝੁਕਾਇਆ ਤੇ ਉਹਨਾਂ ਦੇ ਕੰਬਦੇ ਹੱਥਾਂ ਨੇ ਮੈਨੂੰ ਦੁਨੀਆ ਭਰ ਦੀ ਦੌਲਤ ਦੇ ਦਿੱਤੀ। ਬਿਲਕੁਲ ਜੀ, ਬਜ਼ੁਰਗ ਜਦੋਂ ਕੰਬਦੇ ਹੱਥਾਂ ਦੇ ਨਾਲ ਕਿਸੇ ਦੇ ਸਿਰ ਦੇ ਉੱਪਰ ਆਪਣਾ ਆਸ਼ੀਰਵਾਦ ਵਾਲਾ ਹੱਥ ਰੱਖ ਦੇਣ ਤਾਂ ਕੁੱਲ ਦੁਨੀਆ ਦੀਆਂ ਦੌਲਤਾਂ ਸੱਚਮੁੱਚ ਮਿਲ ਜਾਂਦੀਆਂ ਨੇ। ਇਹ ਬਜ਼ੁਰਗ ਜਿਹੜੇ ਆ ਨਾ, ਇਹ ਸਾਡੇ ਘਰਾਂ ਦੇ ਸਰਮਾਏ ਹੁੰਦੇ ਨੇ। ਜਿਵੇਂ ਅਸੀਂ ਆਖਦੇ ਨਾ ਕਿ ਬੱਚੇ ਜਿਹੜੇ ਆ ਉਹ ਸਾਡੇ ਘਰਾਂ ਦੀਆਂ ਰੌਣਕਾਂ ਹੁੰਦੇ ਆ, ਸਾਡੇ ਘਰਾਂ ਦੇ ਵਿੱਚ ਕਿਲਕਾਰੀਆਂ ਗੂੰਜਦੀਆਂ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਉਸੇ ਤਰ੍ਹਾਂ ਇਹ ਬਜ਼ੁਰਗਾਂ ਦੇ ਖੰਗੂਰੇ ਜਿਹੜੇ ਆ ਨਾ, ਇਹ ਵੀ ਸਾਡੇ ਘਰਾਂ ਦੇ ਲਈ ਬਹੁਤ ਵੱਡੇ ਇੱਕ ਸਰਮਾਏ ਦੇ ਤੌਰ ਤੇ ਗਿਣੇ ਜਾਂਦੇ ਆ। ਔਰ ਨਾਲ ਦੀ ਨਾਲ ਬਜ਼ੁਰਗ ਤੇ ਸਾਡੇ ਘਰਾਂ ਦੇ ਵਿੱਚ ਅਸੀਸਾਂ ਦਾ ਵਗਦਾ ਹੋਇਆ ਦਰਿਆ ਹੁੰਦੇ ਨੇ, ਔਰ ਨਾਲ ਦੀ ਨਾਲ ਇਹਨਾਂ ਨੂੰ ਅਸੀਂ ਆਪਣੇ ਘਰਾਂ ਦੇ ਤਾਲੇ ਵੀ ਆਖਦੇ ਹਾਂ। ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਾ ਸਾਨੂੰ ਅਹਿਸਾਸ ਨਹੀਂ ਹੁੰਦਾ ਜਦੋਂ ਬਜ਼ੁਰਗ ਸਾਡੇ ਸਿਰ ਦੇ ਉੱਪਰ ਸੰਘਣੀਆਂ ਛਾਵਾਂ ਬਣ ਕੇ ਹੁੰਦੇ ਨੇ। ਜੀ, ਜਿਵੇਂ ਗੱਲ ਕਰਦੇ ਆ ਕਿ ਘਰਾਂ ਦੇ ਵਿੱਚ ਤਾਲੇ ਆਪਾਂ ਨੂੰ ਕਹਿ ਦਿੰਦੇ ਆਪਾਂ ਬਜ਼ੁਰਗਾਂ ਨੂੰ, ਹਨਾ। ਜਿਵੇਂ ਦੇਖਦੇ ਆ ਕਿ ਵੀ ਜਦੋਂ ਘਰ ਦੇ ਵਿੱਚ ਬਜ਼ੁਰਗ ਹੁੰਦੇ ਨਾ, ਥੋੜਾ ਜਿਹਾ ਦਬਦਬਾ ਵੀ ਉਹਨਾਂ ਦਾ ਰਹਿੰਦਾ ਹੈ ਤੇ ਆਪਾਂ ਡਰੇ ਰਹਿੰਦੇ। ਜਿੱਦਾਂ ਬਜ਼ੁਰਗ ਕਹਿ ਦਿੰਦੇ ਵੀ ਰਾਤ ਨੂੰ ਲੇਟ ਨਹੀਂ ਆਉਣਾ, ਹਨਾ। ਦੂਸਰੀ ਗੱਲ ਹੋ ਜਾਂਦੀ ਆ ਵੀ ਸਾਰੇ ਟੱਬਰ ਨੇ ਇਕੱਠਿਆਂ ਨੇ ਬਾਹਰ ਨਹੀਂ ਜਾਣਾ, ਹਨਾ ਜੀ। ਇਹ ਸਾਰੀਆਂ ਗੱਲਾਂ ਹੈ ਜਿੱਦਾਂ ਆਪਾਂ ਦੇਖਦੇ ਆ। ਹੁਣ ਜਦੋਂ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਤੇ ਆਪਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਕਾਹਤੇ ਗੱਲਾਂ ਕਰਦੇ ਆ, ਹਨ ਕਾਹਤੇ ਇਦਾਂ ਕਹੀ ਜਾਂਦੇ ਆ, ਪਰ ਇਹ ਸਾਰੀਆਂ ਚੀਜ਼ਾਂ ਸਾਨੂੰ ਉਦੋਂ ਪਤਾ ਲੱਗਦੀਆਂ ਜਦੋਂ ਇਹ ਘਟਨਾਵਾਂ ਸਾਡੇ ਨਾਲ ਆਪ ਬੀਤਦੀਆਂ ਨੇ। ਬਿਲਕੁਲ ਜੀ, ਬਜ਼ੁਰਗਾਂ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਔਰ ਬਜ਼ੁਰਗ ਸਾਡੇ ਘਰਾਂ ਦੇ ਵਿੱਚ ਬਹੁਤ ਵੱਡੀ ਇੱਕ ਅਹਿਮੀਅਤ ਰੱਖਦੇ ਨੇ। ਪਰ ਅਜੋਕੇ ਸਮੇਂ ਦੇ ਵਿੱਚ ਉਹਨਾਂ ਦੀ ਸਥਿਤੀ ਕੀ ਹੈ, ਸਾਡੇ ਘਰਾਂ ਦੇ ਵਿੱਚ ਅਸਲੀਅਤ ਕੀ ਹੈ, ਹਕੀਕਤ ਕੀ ਹੈ, ਸੱਚਾਈ ਕੀ ਹੈ, ਇਸ ਵਿਸ਼ੇ ਦੇ ਉੱਪਰ ਬਹੁਤ ਵੱਡੀ ਵਿਸਥਾਰ ਪੂਰਵਕ ਚਰਚਾ ਹੋਏਗੀ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਔਰ ਅੱਜ ਸਾਡੀ ਚਰਚਾ ਦੇ ਵਿੱਚ ਸ਼ਾਮਲ ਨੇ ਉੱਗੇ ਕਾਲਮ ਨਵੀਸ ਪ੍ਰਭਜੋਤ ਢਿੱਲੋਂ ਜੀ। ਸਭ ਤੋਂ ਪਹਿਲਾਂ ਤਾਂ ਸਾਡੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਜੀ, ਜਿਵੇਂ ਆਪਾਂ ਗੱਲ ਕਰਦੇ ਪਏ ਕਿ ਅਜੋਕੇ ਸਮਾਜ ਦੇ ਵਿੱਚ ਬਜ਼ੁਰਗਾਂ ਦੀ ਸਥਿਤੀ, ਹਨਾ, ਤੇ ਇਹ ਤੋਂ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਸਮਾਜ ਦੇ ਵਿੱਚ ਕੀ ਸਥਿਤੀ ਹੈ ਬਜ਼ੁਰਗਾਂ ਦੀ? ਦੇਖੋ, ਬਜ਼ੁਰਗ ਜਿਹੜੇ ਨੇ, ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਸਾਡੇ ਘਰਾਂ ਦੇ ਤਾਲੇ ਹੁੰਦੇ ਨੇ ਜੀ, ਬਜ਼ੁਰਗਾਂ ਦੀ ਜਿਹੜੀ ਸਿਚੁਏਸ਼ਨ ਹੈ ਇਸ ਵੇਲੇ, ਕੰਡੀਸ਼ਨ ਜਿਹੜੀ ਉਹ ਕੋਈ ਬਹੁਤ ਸੁਖਾਵੀ ਨਹੀਂ ਹੈਗੀ ਜੀ। ਪਹਿਲਾਂ ਜਿਹੜੀ ਸੀਗੀ ਉਹ ਇਸ ਕਰਕੇ ਸ਼ਾਇਦ ਸੁਖਾਵੀ ਹੋਏਗੀ ਕਿਉਂਕਿ ਸਾਂਝੇ ਪਰਿਵਾਰ ਸੀਗੇ ਜੀ, ਔਰ ਸਾਂਝੇ ਪਰਿਵਾਰਾਂ ਦੇ ਵਿੱਚ ਇੰਨੇ ਕੁ ਫੈਮਿਲੀ ਮੈਂਬਰ ਹੁੰਦੇ ਸੀਗੇ ਕਿ ਉਹਨਾਂ ਨੂੰ ਕੋਈ ਨਾ ਕੋਈ, ਜੇ 10 ਫੈਮਿਲੀ ਮੈਂਬਰਸ ਨੇ ਉਹਨਾਂ ਦੇ ਵਿੱਚੋਂ 2 4 5 ਜਾਂ ਕੋਈ ਇੱਕ ਵੀ ਜਿਹੜਾ ਸੀਗਾ ਉਹ ਉਹਨਾਂ ਨੂੰ ਕੇਅਰ ਕਰਦਾ ਸੀ ਜਾਂ ਉਹਨਾਂ ਦੇ ਕੋਲ ਬੈਠਦਾ ਸੀ ਜਾਂ ਉਹਨਾਂ ਦੀ ਗੱਲ ਸੁਣਦਾ ਸੀਗਾ। ਇਸ ਵੇਲੇ ਸਿਚੁਏਸ਼ਨ ਇਹ ਹੋ ਗਈ ਕਿ ਪਹਿਲਾਂ ਸਮਾਲ ਫੈਮਿਲੀ ਜਿੱਦਾਂ ਕਹਿਰੇ ਪਰਿਵਾਰ ਹੋਏ, ਉਹ ਕਹਿਰੇ ਪਰਿਵਾਰ ਦੇ ਵਿੱਚ ਮਾਂ ਬਾਪ ਔਰ ਬੇਟਾ ਨੂੰਹ ਜਾਂ ਪੋਤੇ ਪੋਤੀਆਂ ਔਰ 1-2 ਬੱਚੇ ਜਿਹੜੇ ਹੁੰਦੇ ਸੀ ਉਹ ਹੁੰਦੇ ਸੀ। ਹੁਣ ਉਹ ਇੰਨਾ ਕੁ ਜ਼ਿਆਦਾ ਟ੍ਰੈਂਡ ਹੋ ਗਿਆ ਜਾਂ ਇਹੋ ਜਿਹਾ ਟਾਈਮ ਬਦਲ ਗਿਆ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਮਾਂ ਬਾਪ ਨੂੰ ਵੀ ਰੱਖਣਾ ਬੋਝ ਹੀ ਸਮਝ ਰਹੀ ਹੈ। ਉਹਨਾਂ ਨੂੰ ਤਾਲਾ ਨਹੀਂ ਸਮਝਿਆ ਜਾਂਦਾ ਜਾਂ ਉਹਨਾਂ ਲਈ ਸਤਿਕਾਰ ਨਹੀਂ ਹੈਗਾ, ਤੇ ਇਸ ਕਰਕੇ ਜਿਹੜਾ ਉਹਨਾਂ ਨੂੰ ਬੋਝ ਲੱਗਦਾ ਜਾਂ ਉਹਨਾਂ ਨੂੰ ਆਪਣੀ ਆਜ਼ਾਦੀ ਦੇ ਵਿੱਚ ਉਹ ਖਲਲ ਮਹਿਸੂਸ ਹੁੰਦੀ ਹੈ। ਇਸ ਕਰਕੇ ਮਾਂ ਬਾਪ ਜਿਹੜੇ ਨੇ ਉਹ ਕੁਛ ਬਹੁਤ ਜ਼ਿਆਦਾ ਸੁਖਾਵੇਂ ਮਾਹੌਲ ਦੇ ਵਿੱਚ ਨਹੀਂ, ਜਦ ਕਿ ਜਿਹੜਾ ਪੁਰਾਣਾ ਟਾਈਮ ਦੇ ਵਿੱਚ ਜਿਹੜਾ ਸੀ ਉਹ ਸਧਾਰਨ ਸੀ ਜਾਂ ਬਹੁਤ ਫੈਸਿਲਿਟੀਜ਼ ਨਹੀਂ ਸੀ, ਪਰ ਉਦੋਂ ਮੈਨੂੰ ਲੱਗਦਾ ਕਿ ਉਹ ਖੁਸ਼ ਸੀਗੇ ਕਿਉਂਕਿ ਇੱਕ ਸਾਂਝਾ ਪਰਿਵਾਰ ਸੀਗਾ, ਬਹੁਤ ਸਾਰੇ ਫੈਮਿਲੀ ਮੈਂਬਰ ਸੀ, ਕੋਈ ਗੱਲ ਕਰਦਾ ਸੀ ਉਹਨਾਂ ਦੇ ਨਾਲ ਜਾ ਕੇ ਪੁੱਛਦਾ ਸੀਗਾ ਉਹਨਾਂ ਨੂੰ। ਮੇਰੇ ਬਿਲਕੁਲ ਜੀ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੋਈ ਸਮਾਂ ਹੁੰਦਾ ਸੀ ਕਿ ਬਹੁਤ ਸਾਡੇ ਵੱਡੇ ਵੱਡੇ ਪਰਿਵਾਰ ਹੁੰਦੇ ਸੀਗੇ, ਇੱਕ ਪਰਿਵਾਰ ਦੇ ਵਿੱਚ ਕੋਈ 7-7 8-8 ਜੀਅ ਵੀ ਹੁੰਦੇ ਸੀ। ਉਦੋਂ ਇੱਕ ਮਾਂ ਜਿਹੜੀ ਹੁੰਦੀ ਸੀ ਇਕੱਲੀ ਜਾਂ ਪਿਓ ਰਲ ਮਿਲ ਕੇ ਉਹ 7-8 ਬੱਚਿਆਂ ਦਾ ਪਾਲਣ ਪੋਸ਼ਣ ਕਰ ਲੈਂਦੇ ਹੁੰਦੇ ਸੀ, ਪਰ ਉਹ 7-8 ਬੱਚੇ ਰਲ ਕੇ ਮਾਂ ਬਾਪ ਦੇ ਪਾਲਣ ਪੋਸ਼ਣ ਵੇਲੇ ਹੱਥ ਖੜੇ ਕਰ ਜਾਂਦੇ ਸੀਗੇ। ਇਹ ਜਿਹੜੀਆਂ ਪਰਿਸਥਿਤੀਆਂ ਬਦਲਦੀਆਂ ਨੇ, ਇਹਨਾਂ ਬਦਲਦੀਆਂ ਹੋਈਆਂ ਪਰਿਸਥਿਤੀਆਂ ਦੇ ਵਿੱਚ ਮਾਂ ਬਾਪ ਦਾ ਦਿਲ ਕੀ ਕਹਿੰਦਾ ਹੈ? ਦੇਖੋ, ਜਿਸ ਤਰ੍ਹਾਂ ਤੁਸੀਂ ਆਪ ਹੀ ਕਲੀਅਰ ਕਰ ਦਿੱਤਾ ਕਿ ਜਿਹੜੇ ਮਾਂ ਬਾਪ ਨੇ ਉਹ ਚਾਹੇ ਘੱਟ ਇਨਕਮ ਹੋਵੇ ਜਾਂ ਕੋਈ ਵੀ ਸੋਰਸ ਹੋਣ, ਉਹ 8 ਜਾਂ 9 ਬੱਚਿਆਂ ਨੂੰ ਵੀ ਪਾਲ ਲੈਂਦੇ ਨੇ। ਚਲੋ ਹੁਣ 4 ਜਾਂ 5 ਬੱਚੇ ਨੇ, ਜਿੰਨੇ ਵੀ ਹੋਣ ਉਹਨਾਂ ਨੂੰ ਪਾਲ ਲੈਂਦੇ, ਪਰ ਇੰਨੇ ਬੱਚੇ ਜਿਹੜੇ ਨੇ ਉਹ ਇੱਕ ਮਾਂ ਬਾਪ ਨੂੰ ਰੋਟੀ ਵੀ ਨਹੀਂ ਦੇ ਸਕਦੇ। ਬਾਕੀ ਜਿਹੜੀਆਂ ਫੈਸਿਲਿਟੀਜ਼ ਨੇ, ਜਿਸ ਤਰ੍ਹਾਂ ਉਹਨਾਂ ਦਾ ਧਿਆਨ ਰੱਖਣਾ, ਮੈਡੀਸਨ ਦੀ ਹੋ ਗਈ, ਉਹ ਤੇ ਬਹੁਤ ਅੱਗੇ ਦੀ ਗੱਲ ਆ ਜਾਂਦੀ। ਜਿਹੜਾ ਇੱਕ ਰੋਟੀ ਦਾ ਹੈ
ਉਹ ਦੇਣ ਤੋਂ ਵੀ ਬੱਚੇ ਕਤਰਾਉਂਦੇ ਨੇ। ਜਦ ਕਿ ਜਦੋਂ ਮਾਂ-ਬਾਪ ਆਪਣੇ ਬੱਚੇ ਪਾਲਦੇ ਨੇ, ਉਹ ਆਪਣੇ ਮੂੰਹ ਦੇ ਵਿੱਚੋਂ, ਜਿਸ ਤਰ੍ਹਾਂ ਆਪਾਂ ਪੰਜਾਬੀ ਚ ਕਹਿੰਦੇ ਕਿ ਮੂੰਹ ਦੇ ਵਿੱਚੋਂ ਕੱਢ ਕੇ ਵੀ ਉਹ ਚੀਜ਼ ਦੇ ਦਿੰਦੇ ਨੇ, ਔਰ ਆਪਣੀਆਂ ਖੁਆਇਸ਼ਾਂ ਨਹੀਂ, ਉਹ ਆਪਣੀਆਂ ਜ਼ਰੂਰਤਾਂ ਵੀ ਜਿਹੜੀਆਂ ਉਹ ਬੱਚਿਆਂ ਦੇ ਉੱਤੇ ਕੁਰਬਾਨ ਕਰ ਦਿੰਦੇ ਨੇ। ਉਹ ਜਿਹੜੀ ਚੀਜ਼ ਆ ਕਿਤੇ ਨਾ ਕਿਤੇ, ਚਾਹੇ ਜਦੋਂ ਆਪ ਪੇਰੈਂਟਸ ਓਲਡ ਹੋ ਜਾਂਦੇ ਨੇ, ਜਦੋਂ ਬੱਚੇ ਨਹੀਂ ਕੇਅਰ ਕਰਦੇ, तो एक बहुत ज़्यादा उन्होंने डिप्रैसिंग और उन्होंने तकलीफ तो होंगी क्योंकि उन्होंने ये नहीं असी कह सकते है कि वो उन्होंने तो बहुत आसां रखते पर वो उन्होंने एक जरूरतां भी होंदियां और वो चाहिदियां ने जी तो उदों जिहड़ा उन्होंने तकलीफ महसूस होंदी उन्होंने साइकोलॉजिकली और मैंटली प्रैशर हुंदा है बच्चों दा जिहड़ा इहो जिहा उदाहरण दा गल करदे ना कि आपां भी मूँह दे विचों रोटी कढ के बच्चों दे मूँह च पाउंदे आ है ना देखो छोटे बच्चे नूं आपां देखदे आ छोटे बच्चे नूं आपां पालदे आ है ना किद्दां मां मगर मगर भी लैके मेरा पुੱਤ ਦੁੱਧ ਪੀ ਲਾ ਰੋਟੀ ਖਾ ਲਾ ਇੱਕ ਬੁਰਕੀ ਖਾ ਲਾ ਹੈ ਨਾ ਜਦੋਂ ਉਹੀ ਮਾਪਿਆਂ ਨੂੰ ਦੇਖਣ ਦਾ ਇੱਕ ਸਮਾਂ ਆਉਂਦਾ ਆ ਤੇ ਬੱਚੇ ਮਤਲਬ ਇਸ ਚੀਜ਼ ਦੀ ਵੀ ਲੋੜ ਨਹੀਂ ਸਮਝਦੇ ਕਿ ਕੀ ਉਹਨਾਂ ਦੇ ਕੋਲ ਪਾਣੀ ਦਾ ਗਲਾਸ ਤੱਕ ਵੀ ਹੈਗਾ ਆ ਕਿ ਨਹੀਂ ਹੈਗਾ ਹੈ ਨਾ ਜਿਵੇਂ ਆਪਾਂ ਦੇਖਦੇ ਹਾਂ ਕਿ ਵੀ ਪਹਿਲਾਂ ਘਰ ਦੇ ਤਾਲੇ ਸਮਝਿਆ ਜਾਂਦਾ ਸੀ ਅੱਜ ਦੇ ਸਮੇਂ ਦੇ ਵਿੱਚ ਉਹ ਬੋਝ ਕਿਉਂ ਲੱਗਦੇ ਨੇ ਪਰਿਵਾਰਾਂ ਦੇ ਵਿੱਚ मेरा ख्याल जिहड़ा सानू एक ते पश्चिम दा जिहड़ा आपां नॉर्मली लै लैंदे आ कि वैस्ट दा साडे उत्ते इफैक्ट हो गया असीं अपने आप नू ज़्यादा पढ़े लिखे समझण लग गए जां सानू आज़ादी दा एक एहसास होया वो आज़ादी दे मतलब की है ने उन्हां दा एक्चुअली अर्थ की हैगा वो भुल के सानू ये समझ आउणा शुरू हो गया कि नहीं जे पेरेंट्स घर बैठे ने जे रात नू लेट आया ते भी पुछदे ने कि तुसीं लेट क्यों आए उन्हां वास्ते वो चीज़ भी हजम करनी औखी हुंदी आ उन्हां नूं ये लगदा कि मेरे निजी ਜਿਹੜੀ ਲਾਈਫ ਆ ਉਹਦੇ ਵਿੱਚ ਐਂਟਰ ਕਰਦੇ ਨੇ ਜਾਂ ਮੈਨੂੰ ਬਾਰ-ਬਾਰ ਟੋਕਦੇ ਨੇ ਉਹਨਾਂ ਨੂੰ ਹਾਂ ਦਖਲਅੰਦਾਜ਼ੀ ਕਰਦੇ ਨੇ ਉਹ ਇਹ ਨਹੀਂ ਸਮਝਦੇ ਕਿ ਜਿਹੜੀ ਦਖਲਅੰਦਾਜ਼ੀ ਹੈ ਜਾਂ ਇਹ ਟੋਕ ਹੈ ਉਹ ਉਹਨਾਂ ਦਾ ਪਿਆਰ ਹੈ ਬਿਲਕੁਲ ਜਾਂ ਉਹਨਾਂ ਦੀ ਉਹ ਕੇਅਰ ਕਰਦੇ ਨੇ ਉਹਨਾਂ ਨੂੰ ਇੱਕ ਉਹਨਾਂ ਦੇ ਲਈ ਫਿਕਰ ਹੁੰਦੀ ਕਿ ਮੇਰਾ ਬੱਚਾ ਨਹੀਂ ਆਇਆ ਉਹ ਜਿਹੜੀਆਂ ਚੀਜ਼ਾਂ ਨੇ ਮਾਂ-ਬਾਪ ਐਜ਼ ਯੂਜ਼ੁਅਲ ਜਿੱਦਾਂ ਮਾਂ-ਬਾਪ ਨੂੰ ਕੇਅਰ ਹੁੰਦੀ ਬੱਚਿਆਂ ਦੀ ਫਿਕਰ ਹੁੰਦੀ ਉਹ ਫਿਕਰ ਦੇ ਕਰਕੇ ਪੁੱਛਦੇ ਨੇ ਔਰ ਬੱਚੇ ਜਿਹੜੇ ਨੇ ਉਹ ਉਹਨੂੰ ਦਖਲਅੰਦਾਜ਼ੀ ਸਮਝਦੇ ਨੇ ਉਹ ਜਿਹੜਾ ਵਿਚਲਾ ਇੱਕ ਪਾੜਾ ਪੈਣਾ ਸ਼ੁਰੂ ਹੋ ਜਾਂਦਾ ਇਹਨਾਂ ਦੋਵਾਂ ਦੇ ਵਿੱਚ ਤੇ ਉਹ ਤਕਲੀਫ ਦੋਨਾਂ ਸਾਈਡਾਂ ਤੇ ਹੁੰਦੀ ਆ ਕਿਉਂਕਿ ਮਾਂ-ਬਾਪ ਨੂੰ ਵੀ ਜਦੋਂ ਬੱਚੇ ਅੱਗੋਂ ਜਵਾਬ ਦਿੰਦੇ ਨੇ ਉਹ ਔਖਾ ਲੱਗਦਾ ਬਿਲਕੁਲ ਜੀ ਔਖਾ ਲੱਗਦਾ ਹੈ ਔਰ ਜੇਕਰ ਅਸੀਂ ਇਸ ਗੱਲ ਦੇ ਬਲਾਂ ਧਿਆਨ ਕਰੀਏ ਤਾਂ ਇਹ ਇੱਕ ਸੱਚਾਈ ਹੈ ਜ਼ਿੰਦਗੀ ਦੀ ਕਿ ਇਹ ਕਾਲਿਆਂ ਤੋਂ ਇਹ ਕੱਕਿਆਂ ਤੋਂ ਬੱਗੇ ਜਿਹੜੇ ਆ ਇਹ ਹੋਣੇ ਆ ਕਾਲੇ ਵਾਲਾਂ ਤੋਂ ਧੌਲੇ ਜਿਹੜੇ ਆ ਆਉਣੇ ਆ ਇਹ ਜ਼ਿੰਦਗੀ ਦਾ ਸਰਕਲ ਹੈ ਜਦੋਂ ਪਹੀਆ ਘੁੰਮਦਾ ਹੈ ਹੇਠਲਾ ਪਾਸਾ ਉੱਪਰ ਜਾਂਦਾ ਹੈ ਉੱਪਰਲਾ ਪਾਸਾ ਹੇਠਾਂ ਆਉਂਦਾ ਹੈ ਜਿਹੜਾ ਅੱਜ ਜਵਾਨੀ ਦੇ ਵਿੱਚ ਬੁੱਕਦਾ ਫਿਰਦਾ ਉਹਨੇ ਬਜ਼ੁਰਗ ਵੀ ਹੋਣਾ ਹੈ ਔਰ ਬਜ਼ੁਰਗ ਦੇ ਵਿੱਚ ਜਦੋਂ ਉਸ ਅਵਸਥਾ ਦੇ ਵਿੱਚ ਪਹੁੰਚਣਾ ਤਾਂ ਫਿਰ ਉਹਨੂੰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਖਿਝ ਵੀ ਆਉਣੀ ਹੈ ਉਹਨੇ ਆਪਣੇ ਤਜਰਬੇ ਜਿਹੜੇ ਬੱਚਿਆਂ ਦੇ ਨਾਲ ਸਾਂਝੇ ਵੀ ਕਰਨੇ ਆ ਪਰ ਕਈ ਬੱਚੇ ਐਸੇ ਗੈਰ ਜ਼ਿੰਮੇਵਾਰ ਹੁੰਦੇ ਨੇ ਕਿ ਜਿਹੜੇ ਉਸ ਤਜਰਬੇ ਦੇ ਕੋਲੋਂ ਸਿੱਖਣ ਦੀ ਬਜਾਏ ਖਿੱਝਣ ਲੱਗ ਪੈਂਦੇ ਨੇ ਝਿੜਕਣ ਲੱਗ ਪੈਂਦੇ ਨੇ ਇੱਥੋਂ ਤੱਕ ਵੀ ਆਖ ਦਿੰਦੇ ਨੇ ਮਾਂ-ਬਾਪ ਨੂੰ ਕਿ ਤੂੰ ਮੇਰੇ ਲਈ ਕੀਤਾ ਕੀ ਹੈ ਬਿਲਕੁਲ ਇਹ ਜਿਹੜਾ ਸਭ ਤੋਂ ਪਿਛਲਾ ਸੈਂਟੈਂਸ ਹੈ ਇਹ ਬਹੁਤ ਜ਼ਿਆਦਾ ਪੇਨਫੁਲ ਹੈ ਜੀ ਕਿਉਂਕਿ ਜਿਹੜੇ ਵੀ ਮਾਂ-ਬਾਪ ਕਰਦੇ ਨੇ ਉਹ ਆਪਣੀ ਹੈਸੀਅਤ ਤੋਂ ਵੱਧ ਕਰਦੇ ਨੇ ਔਰ ਉਹ ਆਪਣੀਆਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਉਹ ਆਪਣੀਆਂ ਸਿਰਫ ਜ਼ਰੂਰਤਾਂ ਨਹੀਂ ਖਾਸ਼ਾਂ ਨਹੀਂ ਹਰ ਇੱਕ ਚੀਜ਼ ਉਹਨਾਂ ਦੇ ਉੱਤੇ ਉਹ ਕੁਰਬਾਨ ਕਰ ਦਿੰਦੇ ਨੇ ਔਰ ਜਦੋਂ ਬੱਚਾ ਇਹ ਕਹਿੰਦਾ ਕਿ ਤੁਸੀਂ ਮੇਰੇ ਲਈ ਕੀ ਕੁਝ ਨਹੀਂ ਕੀਤਾ ਜਾਂ ਤੁਸੀਂ ਮੇਰੇ ਲਈ ਕੀ ਕੀਤਾ ਜਿਹੜੀ ਉਹ ਕੰਡੀਸ਼ਨ ਹੁੰਦੀ ਆ ਉਹ ਮਾਂ-ਬਾਪ ਨੂੰ ਇੰਨਾ ਅੰਦਰੋਂ ਝੰਜੋੜਦੀ ਆ ਕਿ ਉਹ ਮੇਰਾ ਖਿਆਲ ਦੁਬਾਰਾ ਉਹਨਾਂ ਦੇ ਨਾਂ ਤੇ ਹੰਝੂ ਸਾਹਮਣੇ ਵੀ ਨਹੀਂ ਆ ਸਕਦੇ ਔਰ ਉਹ ਅੰਦਰੋਂ ਅੰਦਰ ਬਹੁਤ ਟੁੱਟਦੇ ਨੇ ਉਹ ਟੁੱਟਣਾ ਜਿਹੜਾ ਹੈ ਉਹ ਉਹਨਾਂ ਨੂੰ ਡਿਪਰੈਸ਼ਨ ਦੇ ਵਿੱਚ ਵੀ ਲੈ ਕੇ ਜਾਂਦਾ ਔਰ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਜਿਹੜਾ ਉਹ ਦਿਨੋਂ ਦਿਨ ਜਿਹੜਾ ਉਹ ਕਮਜ਼ੋਰ ਕਰਦਾ ਆਪਾਂ ਉਹਨੂੰ ਵੀਕਨੈਸ ਵੱਲ ਲੈ ਕੇ ਜਾ ਸਕਦੇ ਹੈਗੇ ਆ ਔਰ ਉਹ ਇੱਕ ਇਕੱਲਾਪਨ ਜਾਂ ਉਹਨਾਂ ਦੇ ਨਾਲ ਜਦੋਂ ਡਿਪਰੈਸ਼ਨ ਹੁੰਦਾ ਆ ਉਹ ਮਾਂ-ਬਾਪ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਅੱਛਾ ਮੈਂ ਤੇ ਜ਼ਿੰਦਗੀ ਇਹਨਾਂ ਦੇ ਉੱਤੇ ਲਗਾ ਦਿੱਤੀ ਅੱਜ ਉਹੀ ਬੱਚਾ ਜਿਹਨੂੰ ਮੈਂ ਉਂਗਲੀ ਤੋਂ ਫੜ ਕੇ ਇੱਥੇ ਤਾਈਂ ਕਰਨ ਲਈ ਪਤਾ ਨਹੀਂ ਕਿੰਨੀਆਂ ਘਾਲੀਆਂ ਔਰ ਉਹ ਬੱਚਾ ਮੈਨੂੰ ਇਹ ਕਹਿ ਰਿਹਾ ਕਿ ਤੁਸੀਂ ਮੇਰੇ ਲਈ ਕੁਝ ਨਹੀਂ ਕੀਤਾ ਉਹ ਉਹਦੇ ਮੇਰੇ ਖਿਆਲ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਔਰ ਮਾੜਾ ਪਲ ਹੋਏਗਾ ਜਦੋਂ ਬੱਚਾ ਇਹ ਕਹਿੰਦਾ
ਜੀ ਬਿਲਕੁਲ ਜੀ। ਦੇਖੋ ਗੱਲ ਉੱਥੇ ਆ ਗਈ ਨਾ ਵੀ ਕਲੌਕ ਦੀਆਂ ਸੂਈਆਂ ਆ, ਠੀਕ ਹੈ, ਉਹ 12 ਤੋਂ ਸ਼ੁਰੂ ਹੋ ਕੇ ਘੁੰਮ ਕੇ 12 ਤੇ ਜ਼ਰੂਰ ਆਉਂਦੀਆਂ ਨੇ, ਹੈ ਨਾ। ਅਗਰ ਅੱਜ ਅਸੀਂ ਆਪਣੇ ਮਾਪਿਆਂ ਨੂੰ ਦੁਖੀ ਕਰਦੇ ਆ, ਉਹਨਾਂ ਨੂੰ ਇਹ ਗੱਲਾਂ ਕਹਿੰਦੇ ਵੀ ਤੁਸੀਂ ਸਾਡੇ ਲਈ ਕੀ ਕੀਤਾ ਆ, ਹੈ ਨਾ, ਕੱਲ ਨੂੰ ਸਾਡੇ ਬੱਚੇ ਹੋਣਗੇ ਤਾਂ ਸਾਡੇ ਬੱਚੇ ਸਾਨੂੰ ਇਹ ਸਵਾਲ ਪੁੱਛਣਗੇ ਤਾਂ ਸ਼ਾਇਦ ਅਸੀਂ ਮਾਪਿਓ ਦਾ ਜਿਹੜਾ ਦਰਦ ਆ ਉਹ ਮਹਿਸੂਸ ਕਰ ਸਕਦੇ ਹਾਂ, ਹੈ ਨਾ, ਵੀ ਉਸ ਟਾਈਮ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਤਾਂ ਉਹਨਾਂ ਨੂੰ ਕੀ ਫੀਲ ਹੋਇਆ ਹੋਊਗਾ, ਉਹ ਕਿਹੜੀ, ਹੈ ਨਾ, ਵੀ ਦਿਸ਼ਾ ਚੋਂ ਨਿਕਲੇ ਹੋਊਗੇ। ਜੇ ਆਪਾਂ ਗੱਲ ਕਰਦੇ ਹਾਂ ਕਿ ਵੀ ਸਾਡਾ ਨਿੱਜੀ ਰੁਝੇਵਾਂ, ਜਿਵੇਂ ਅਸੀਂ ਗੱਲ ਕਰਦੇ ਕਿ ਆਪਾਂ ਬਿਜ਼ੀ ਹੋ ਗਏ ਆ, ਸਾਰੇ ਕੰਮ ਕਰਦੇ, ਜੇ ਘਰ ਦੇ ਵਿੱਚ 4 ਜੀ ਨੇ ਤਾਂ 4 ਦੇ ਵਿੱਚੋਂ 3 ਜੀ ਤਾਂ ਕੰਮ ਕਰਦੇ ਨੇ, ਹੈ ਨਾ। ਫਿਰ ਆਪਣਾ ਜਿਹੜਾ ਵਿਵਹਾਰ ਹੈ, ਸਾਡਾ ਜਿਹੜਾ ਲਹਿਜ਼ਾ ਹੈ ਗੱਲ ਕਰਨ ਦਾ, ਉਹਦੇ ਵਿੱਚ ਵੀ ਬਦਲਾਵ ਆਉਂਦਾ ਹੈ। ਜ਼ਿਆਦਾ ਕੰਮ ਕਰ ਲਿਆ, ਥੱਕੇ ਹਾਰੇ ਆਏ ਤੇ ਆਪਾਂ ਖਿਜਣ ਲੱਗ ਪਏ, ਹੈ ਨਾ, ਇੱਦਾਂ ਗੱਲ ਕਰਦੇ ਆ। ਤੇ ਇਹ ਸਾਰੀਆਂ ਚੀਜ਼ਾਂ ਦਾ, ਜਿੱਦਾਂ ਨਿੱਜੀ ਰੁਝੇਵਾਂ, ਸਾਡਾ ਵਿਵਹਾਰ, ਇਹਨਾਂ ਦਾ ਕੀ ਅਸਰ ਪੈਂਦਾ ਸਾਡੇ ਬਜ਼ੁਰਗਾਂ ਤੇ? ਦੇਖੋ ਇਹ ਤੇ ਨੈਚੁਰਲ ਹੈ ਕਿ ਜਿਹੜਾ ਬੰਦਾ ਕੰਮ ਕਰਦਾ ਉਹਦੇ ਉੱਪਰ ਵੀ ਪ੍ਰੈਸ਼ਰ ਹੈ ਜੀ, ਪਰ ਉਹ ਪ੍ਰੈਸ਼ਰ ਜਿਹੜਾ ਹੈ, ਜਦੋਂ ਪੇਰੈਂਟਸ ਸੀਗੇ ਉਹਨਾਂ ਨੇ ਵੀ ਉਹ ਚੀਜ਼ਾਂ ਕੀਤੀਆਂ, ਚਾਹੇ ਅੱਜ ਕੱਲ ਆਫਿਸ ਦੇ ਵਿੱਚ ਜਾਂਦੇ ਹੋ ਪਰ ਉਹਦੇ ਨਾਲ ਤੁਹਾਡੇ ਕੋਲ ਸਰਵੈਂਟਸ ਦੀਆਂ ਫੈਸਿਲਿਟੀਜ਼ ਆ ਗਈਆਂ, ਦੈਨ ਮਸ਼ੀਨ ਕਿੰਨੀ ਆ ਗਈ, ਤੁਹਾਨੂੰ ਉਹ ਜਿਹੜਾ ਹੱਥ ਨਾਲ ਕੰਮ ਕਰਨ ਤੋਂ ਤੁਸੀਂ ਬਚਦੇ ਆ, ਟਾਈਮ ਤੇ ਹੈ। ਮਿਹਨਤ ਤੇ ਉਹਨਾਂ ਨੇ ਵੀ ਉਨੀ ਹੀ ਕੀਤੀ, ਮਾਂ-ਬਾਪ ਨੇ ਵੀ ਉਨੀ ਕੀਤੀ, ਪਰ ਉਹ ਜਿਹੜਾ ਇੱਕ ਖਿਜਾਅ ਹੈ ਜਾਂ ਇੱਕ ਇੰਪੇਸ਼ੈਂਟ ਜਿਹੜਾ ਹੋਣਾ ਜਾਂ ਬੱਚਿਆਂ ਦੇ ਵਿੱਚ ਸਹਿਣਸ਼ੀਲਤਾ ਦੀ ਘਾਟ, ਉਹ ਜ਼ਿਆਦਾ ਜਿਹੜੀ ਉਹ ਸ਼ੋ ਹੁੰਦੀ ਹੈ ਕਿ ਉਹ ਕੁਝ ਵੀ ਚੀਜ਼ ਬਰਦਾਸ਼ਤ ਨਹੀਂ ਕਰਦੇ। ਹਾਰਡ ਵਰਕ ਜਿਹੜਾ ਹੈ ਉਹ ਫਿਜ਼ੀਕਲੀ ਹੋਇਆ ਜਾਂ ਮੈਂਟਲੀ ਹੋਇਆ ਜਾਂ ਪ੍ਰੈਸ਼ਰ ਨੂੰ ਲੈਣਾ, ਉਹ ਨੌਜਵਾਨ ਪੀੜ੍ਹੀ ਨਹੀਂ ਲੈ ਪਾ ਰਹੀ ਹੈਗੀ, ਔਰ ਉਹ ਫਟਾਫਟ ਜਿਹੜਾ ਸਹਿਣਸ਼ੀਲਤਾ ਨਹੀਂ, ਉਹ ਪ੍ਰੈਸ਼ਰ ਜਿਹੜਾ ਹੈ ਉਹ ਰਿਲੀਜ਼ ਕਰ ਦਿੰਦੇ ਨੇ, ਔਰ ਉਹ ਪੇਰੈਂਟਸ ਦੇ ਲਈ ਫਿਰ ਜੋ ਵੀ ਜਿਸ ਤਰ੍ਹਾਂ ਦਾ ਵੀ ਤੁਸੀਂ ਸ਼ਬਦ ਜਿਹੜੇ ਵਰਤ ਸਕਦੇ ਆ ਉਹ ਵਰਤ ਲੈਂਦੇ ਆ। ਉਹਨਾਂ ਨੂੰ ਇਹ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਇਹ ਜਿਹੜੇ ਸ਼ਬਦ ਵਰਤਦੇ ਆ ਇਹ ਸਾਡਾ ਕਿੱਥੋਂ ਤੱਕ ਨੁਕਸਾਨ ਸਾਡਾ ਵੀ ਕਰਦੇ ਨੇ। ਤੁਹਾਡੀ ਇੱਕ ਆਦਤ ਪੈ ਜਾਂਦੀ ਉਹਨਾਂ ਸ਼ਬਦਾਂ ਨੂੰ ਵਰਤਣ ਦੀ, ਜਾਂ ਉਹ ਨੇਚਰ ਜਿਹੜੀ ਤੁਹਾਡੀ ਉਹ ਬਣਨੀ ਸ਼ੁਰੂ ਹੋ ਜਾਂਦੀ ਆ। ਉਹ ਲੰਮੇ ਰਨ ਦੇ ਵਿੱਚ ਜਾਂ ਲੌਂਗ ਰਨ ਦੇ ਵਿੱਚ ਤੁਹਾਨੂੰ ਉਹ ਕੋਈ ਬਹੁਤ ਜ਼ਿਆਦਾ ਫਾਇਦਾ ਤੇ ਨਹੀਂ ਦਿੰਦੀ, ਕਿਉਂਕਿ ਤੁਹਾਡਾ ਫਿਰ ਉਹ ਵਿਵਹਾਰ ਜਿਹੜਾ ਉਹ ਹਰ ਇੱਕ ਜਗ੍ਹਾ ਦੇ ਉੱਤੇ ਉਹ ਬਣਨਾ ਸ਼ੁਰੂ ਹੋ ਜਾਂਦਾ। ਔਰ ਪੇਰੈਂਟਸ ਦੇ ਉੱਤੇ ਬਾਰ-ਬਾਰ ਉਹਨੂੰ ਤੁਸੀਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਵੀ ਲਿਜਾ ਸਕਦੇ ਆ ਕਿ ਜ਼ਬਾਨੀ ਡੋਮੈਸਟਿਕ ਵਾਇਲੈਂਸ ਜਿਹੜੀ ਆ ਉਹ ਮੇਰਾ ਖਿਆਲ ਸਭ ਤੋਂ ਘਾਤਕ ਆ। ਬਿਲਕੁਲ ਜੀ, ਕਿਉਂਕਿ ਲਫ਼ਜ਼ਾਂ ਦੇ ਜਿਹੜੇ ਕਿ ਫੱਟ ਲਾਏ ਹੁੰਦੇ ਨੇ ਉਹ ਕਦੇ ਵੀ ਮਿਟਦੇ ਨਹੀਂ। ਤਲਵਾਰ ਦੇ ਫੱਟ ਜਾਂ ਕਿਸੇ ਹੋਰ ਵਾਰ ਦੇ ਜਿਹੜੇ ਫੱਟ ਹੁੰਦੇ ਨੇ ਉਹ ਹੌਲੀ ਹੌਲੀ ਸਮਾਂ ਆਪਣੇ ਆਪ ਜ਼ਖਮ ਭਰ ਦਿੰਦਾ, ਪਰ ਜਿਹੜੇ ਬੋਲਾਂ ਦੇ ਫੱਟ ਹੁੰਦੇ ਨੇ ਉਹ ਕਦੇ ਵੀ ਮਿਟਦੇ ਨਹੀਂ, ਲਗਾਤਾਰ ਹੋਰ ਡੂੰਘੇ ਹੁੰਦੇ ਜਾਂਦੇ ਨੇ। ਕਹਿੰਦੇ ਨੇ ਕਿ ਸਿਆਣੇ ਦੀ ਇੱਕ ਕਹਾਵਤ ਆਮ ਤੌਰ ਤੇ ਸੁਣੀ ਹੈ ਅਸੀਂ, ਕਹਿੰਦੇ ਨੇ ਕਿ ਨੋਟ ਤੁੜਾਇਆ ਤਾਂ ਗਿਆ, ਪੁੱਤ ਵਿਆਹਿਆ ਤੇ ਗਿਆ। ਆਮ ਤੌਰ ਤੇ ਜਿਹੜੀ ਬਜ਼ੁਰਗਾਂ ਦੀ ਜਿਹੜੀ ਸਥਿਤੀ ਹੈ ਨਾ, ਇਹ ਬੱਚੇ ਦੇ ਵਿਆਹ ਤੋਂ ਬਾਅਦ, ਕਿਉਂਕਿ ਪਹਿਲਾਂ ਬੜਾ ਸੋਹਣਾ ਚੱਲਦਾ ਕਿ ਸਾਡਾ ਮੁੰਡਾ ਬੜਾ ਲਾਇਕ ਹੈ, ਸਾਡੀ ਧੀ ਬੜੀ ਲਾਇਕ ਆ, ਸਾਡੇ ਬੱਚੇ ਬੜੇ ਲਾਇਕ ਨੇ, ਅੱਛੇ ਤਰੀਕੇ ਨਾਲ ਸਮੂਥਲੀ ਸਾਰਾ ਕੁਝ ਚੱਲਦਾ ਰਹਿੰਦਾ। ਪਰ ਜਦੋਂ ਵਿਆਹ ਹੋ ਜਾਂਦਾ, ਵਿਆਹ ਤੋਂ ਤੁਰੰਤ ਬਾਅਦ ਐਸੀ ਕਿਹੜੀ ਕਲਾ ਵਰਤ ਜਾਂਦੀ ਹੈ ਘਰ ਦੇ ਵਿੱਚ ਕਿ ਬਜ਼ੁਰਗ ਵੀ ਕੌੜੇ ਕੌੜੇ ਲੱਗਣ ਲੱਗ ਪੈਂਦੇ ਨੇ, ਪੁੱਤ ਵੀ ਫਿੱਕਾ ਫਿੱਕਾ ਲੱਗਣ ਲੱਗ ਪੈਂਦਾ। ਇਹ ਇੱਕ ਕੌੜਾ ਸੱਚ ਆ। ਜਿਹੜੇ ਬਜ਼ੁਰਗ ਕਹਿੰਦੇ ਨੇ ਉਹਨਾਂ ਨੇ ਲਾਈਫ ਦੇ ਜਿਹੜੇ ਉਹ ਨਿਚੋੜ ਹੁੰਦੇ ਆ, ਜਿਹੜੀਆਂ ਆਪਣੀਆਂ ਕਹਾਵਤਾਂ ਬਣ ਗਈਆਂ ਜਾਂ ਮੁਹਾਵਰੇ ਬਣ ਗਏ, ਇਹ ਬਿਲਕੁਲ ਸੱਚ ਹੈਗਾ। ਉਹਦੇ ਵਿੱਚ 2 ਚੀਜ਼ਾਂ ਜੋ ਮੈਨੂੰ ਸਮਝ ਆਉਂਦੀਆਂ ਹੈਗੀਆਂ। ਇੱਕ ਤੇ ਜਦੋਂ ਮੈਰਿਜ ਹੁੰਦੀ ਆ ਔਰ ਨਵੀਂ ਲੜਕੀ ਆਉਂਦੀ ਆ ਵਿਆਹ ਦੇ ਵਿੱਚ, ਵਿਆਹ ਹੋ ਕੇ ਪਰਿਵਾਰ ਦੇ ਵਿੱਚ ਆ ਗਈ, ਉਹਨੂੰ ਟੈਨਸ਼ਨ ਜਿਹੜੀ ਆ ਉਹ ਜ਼ਿਆਦਾ ਉਹ ਚਾਹੁੰਦੀ ਹੈਗੀ ਆ। ਦੂਸਰਾ ਇਹ ਹੈਗਾ ਕਿ ਬੱਚੇ ਦੀ ਜਿਹੜੀ ਲੜਕੀ ਜਿਹੜੀ ਹੈਗੀ ਉਹ ਇਨਸਿਕਿਉਰ ਹੁੰਦੀ ਆ ਕਿ ਮੈਨੂੰ ਸ਼ਾਇਦ ਇਸ ਘਰ ਦੇ ਵਿੱਚ ਕੋਈ ਵੀ ਸਵੀਕਾਰ ਨਹੀਂ ਕਰ ਰਿਹਾ, ਔਰ ਮੇਰਾ ਜੋ ਕੁਝ ਵੀ ਹੈ ਮੇਰਾ ਹਸਬੈਂਡ ਹੈ, ਔਰ ਉਹ ਹਸਬੈਂਡ ਦੇ ਉੱਤੇ ਆਪਣਾ ਹੱਕ ਸਮਝਦੀ ਆ, ਔਰ ਮਾਂ-ਬਾਪ ਜਿਹੜੇ ਨੇ ਉਹ ਆਪਣਾ ਹੱਕ ਸਮਝਦੇ ਆ। ਉਹਦੇ ਵਿੱਚ ਜਿਹੜਾ ਲੜਕਾ ਆ ਉਹਦੀ ਕੰਡੀਸ਼ਨ ਜਿਹੜੀ ਉਹ ਜ਼ਿਆਦਾ ਤਰਸਯੋਗ ਹੋ ਜਾਂਦੀ ਹੈ, ਬਿਲਕੁਲ ਉਹ ਜ਼ਿਆਦਾ ਤਰਸਯੋਗ ਹੋ ਜਾਂਦੀ ਆ। ਦੂਸਰਾ ਇਹ ਹੈਗਾ ਕਿ ਜਿਹੜੀ ਲੜਕੀ ਆਉਂਦੀ ਹੈ, ਠੀਕ ਆ, ਉਹਨੂੰ ਵੀ ਐਟਮੋਸਫੀਅਰ ਜਿਹੜਾ ਉਹ ਕੰਫਰਟੇਬਲ ਚਾਹੀਦਾ, ਪਰ ਉਸ ਕੰਫਰਟੇਬਲ ਐਟਮੋਸਫੀਅਰ ਨੂੰ ਲੈਣ ਵਾਸਤੇ ਇਟ ਇਜ਼ ਬੈਟਰ ਕਿ ਤੁਸੀਂ ਜਿਹੜਾ ਉਸ ਘਰ ਦਾ ਵਾਤਾਵਰਨ ਹੈ, ਜੋ ਉਹ ਸਿਸਟਮ ਚੱਲ ਰਿਹਾ, ਉਹਦੇ ਅਕੋਰਡਿੰਗਲੀ ਚੱਲੋ, ਬਜਾਏ ਇਹਦੇ ਕਿ ਉਸ ਘਰ ਨੂੰ ਚੇਂਜ ਕਰਨਾ ਜਿਹੜਾ ਉਹ ਨਹੀਂ ਜ਼ਿਆਦਾ ਕਾਰਗਰ ਹੁੰਦਾ ਹੈਗਾ, ਕਿਉਂਕਿ ਇੰਨੇ ਸਾਲਾਂ ਦਾ ਸਿਸਟਮ ਚੱਲਦਾ ਆ। ਉਹ ਜਿਹੜਾ ਲੜਕਾ ਆ ਉਹਦਾ ਪ੍ਰੈਸ਼ਰ ਇਹ ਹੁੰਦਾ ਕਿ ਮਾਂ-ਬਾਪ ਤੇ ਮੇਰੇ ਨੇ, ਇਹਨਾਂ ਨੂੰ ਮੈਂ ਕੁਝ ਵੀ ਕਹਿ ਸਕਦਾ, ਮੇਰਾ ਹੱਕ ਹੈਗਾ।
ਔਰ ਮਾਂ-ਬਾਪ ਵੀ ਜਿਹੜੇ ਨੇ ਉਹ ਬਹੁਤ ਬਰਦਾਸ਼ਤ ਤੇ ਕਰਦੇ ਨੇ, ਪਰ ਔਖਾ ਹੁੰਦਾ ਉਹਨਾਂ ਵਾਸਤੇ। ਪਰ ਲੜਕੀ ਜਿਹੜੀ ਆ ਉਹਨੂੰ ਇਹ ਲੱਗਦਾ ਕਿ ਅੱਛਾ ਠੀਕ ਹੈ, ਜੇ ਘਰ ਦੇ ਵਿੱਚ ਕੋਈ ਮਿਸਅੰਡਰਸਟੈਂਡਿੰਗ ਹੁੰਦੀ ਜਾਂ ਕੁਝ ਵੀ, ਮਾਂ-ਬਾਪ ਮੈਨੂੰ ਸਮਝ ਲੈਣਗੇ, ਉਹ ਗਰੰਟਡ ਲੈਂਦੇ, ਤੁਸੀਂ ਉਹਨੂੰ ਗਰੰਟਡ ਕਹਿ ਸਕਦੇ ਆ। ਉਹ ਜਿਹੜੀਆਂ ਚੀਜ਼ਾਂ ਆ ਉਹ ਕਿਤੇ ਨਾ ਕਿਤੇ ਉਹ ਹੌਲੀ ਹੌਲੀ ਜਿਹੜੀਆਂ ਉਹ ਵੱਧਦੀਆਂ ਜਾਂਦੀਆਂ, ਔਰ ਮਾਂ-ਬਾਪ ਜਿਹੜੇ ਉਹ ਇਸ ਹਿਸਾਬ ਨਾਲ ਇਕੱਲੇ ਹੋਣ ਲੱਗ ਜਾਂਦੇ, ਔਰ ਉਹ ਹਸਬੈਂਡ ਵਾਈਫ ਜਿਹੜੇ ਨੇ ਉਹਨਾਂ ਦੀ ਲਾਈਫ ਜਿਹੜੀ ਉਹ ਇੱਕ ਡਿਫਰੈਂਟ ਵੇ ਨੂੰ ਚੱਲਣੀ ਸ਼ੁਰੂ ਹੋ ਜਾਂਦੀ ਹੈ। ਉਹ ਆਪਣੀ ਨਵੀਂ ਲਾਈਫ ਦੇ ਵਿੱਚ ਬਿਜ਼ੀ ਹੋ ਗਏ, ਉਹ ਇੱਕ ਵੱਖਰੀ ਲਾਈਨ 'ਚ ਚਲੇ ਗਏ। ਮਾਂ-ਬਾਪ ਜਿਹੜੇ ਨੇ ਉਹ ਇਕੱਲੇ ਰਹਿਣੇ ਸ਼ੁਰੂ ਹੋ ਗਏ, ਤੇ ਉਹਨਾਂ ਨੂੰ ਇਹ ਇੱਥੋਂ ਜ਼ਿੰਦਗੀ ਦੀ ਇੱਕ ਵੱਡੇ ਨਦੀ ਦੇ ਵਿੱਚੋਂ ਦੋ ਨਹਿਰਾਂ ਨਿਕਲ ਗਈਆਂ। ਬਿਲਕੁਲ, ਦੋ ਇੱਕ ਇੱਧਰ ਨੂੰ ਤੁਰ ਪਿਆ, ਇੱਕ ਉੱਧਰ ਨੂੰ ਤੁਰ ਪਿਆ, ਔਰ ਉੱਥੇ ਹੀ ਬਜ਼ੁਰਗਾਂ ਦੀ ਸਥਿਤੀ ਹੈ ਜਿਹੜੀ ਉਹ ਹੌਲੀ ਹੌਲੀ ਦਿਨ ਬ ਦਿਨ ਖਰਾਬ ਹੁੰਦੀ ਜਾਂਦੀ ਹੈ। ਔਰ ਇਹ ਗੱਲਾਂ ਬਾਤਾਂ ਅੱਗੇ ਵੀ ਜਾਰੀ ਰੱਖਾਂਗੇ। ਇਸ ਗੀਤ ਤੋਂ ਬਾਅਦ ਆਪਾਂ ਮੁੜ ਪਰਤਦੇ ਹਾਂ ਗੱਲਾਂ ਤੇ ਗੀਤ ਵਿੱਚ। ਜੀ ਗੱਲਾਂ ਤੇ ਗੀਤ ਵਿੱਚ ਇਸ ਗੀਤ ਤੋਂ ਬਾਅਦ ਇੱਕ ਵਾਰ ਮੁੜ ਤੁਹਾਡਾ ਸਵਾਗਤ। ਔਰ ਅਸੀਂ ਗੱਲਬਾਤ ਕਰ ਰਹੇ ਹਾਂ ਬਜ਼ੁਰਗਾਂ ਦੀ, ਬਜ਼ੁਰਗ ਸਾਡੇ ਘਰਾਂ ਦੀ ਜਿਹੜੀ ਦੌਲਤ ਆ, ਸਰਮਾਇਆ ਆ, ਉਹਨਾਂ ਦੇ ਬਾਰੇ। ਅਸੀਂ ਇਸ ਗੀਤ ਤੇ ਜਾਣ ਤੋਂ ਪਹਿਲਾਂ ਕੀ ਗੱਲ ਕਰ ਰਹੇ ਸੀ ਕਿ ਵੱਖੋ ਵੱਖਰੇ ਰਾਹ ਹੋ ਜਾਂਦੇ ਨੇ ਜਦੋਂ ਵਿਆਹ ਹੋ ਜਾਂਦਾ ਬੱਚਿਆਂ ਦਾ, ਫਿਰ ਆਪਸ ਦੇ ਵਿੱਚ ਦਖਲ ਅੰਦਾਜ਼ੀਆਂ ਪਸੰਦ ਨਹੀਂ ਆਉਂਦੀਆਂ। ਮਾਂ-ਬਾਪ ਜਿਹੜੇ ਹੁੰਦੇ ਨੇ, ਬਜ਼ੁਰਗ ਜਿਹੜੇ ਹੁੰਦੇ ਨੇ, ਉਹ ਇਕੱਲੇ ਰਹਿ ਜਾਂਦੇ ਨੇ। ਜਦੋਂ ਬਜ਼ੁਰਗ ਘਰ ਬਣਾਉਂਦੇ ਨੇ ਤਾਂ ਉਹ ਬੜੇ ਚਾਅ ਦੇ ਨਾਲ, ਚਾਵਾਂ ਦੇ ਨਾਲ, ਆਹ ਮੇਰੇ ਪੁੱਤ ਦਾ ਕਮਰਾ, ਆਹ ਮੇਰੇ ਧੀ ਦਾ ਕਮਰਾ, ਆਹ ਫਲਾਣੇ ਦਾ ਕਮਰਾ, ਆਹ ਟਮਕਾਣੇ ਦਾ ਕਮਰਾ। ਪਰ ਜਦੋਂ ਪੁੱਤ ਆਪਣਾ ਮਕਾਨ ਬਣਾਉਂਦਾ ਹੈ ਉਦੋਂ ਫਿਰ ਇਹ ਨਹੀਂ ਸੋਚਦਾ ਕਿ ਆਹ ਸਾਡੇ ਬੇਬੇ ਬਾਪੂ ਦਾ ਕਮਰਾ, ਬੇਬੇ ਬਾਪੂ ਵਾਲਾ ਮੰਜਾ ਚੁੱਕ ਕੇ ਤੂੜੀ ਵਾਲੇ ਕਮਰੇ ਦੇ ਵਿੱਚ ਢਾ ਦਿੱਤਾ ਜਾਂਦਾ। ਬਿਲਕੁਲ ਠੀਕ ਹੈ ਨਾ। ਇਹ ਸੱਚਾਈਆਂ, ਇਹ ਅਸੀਂ ਦੇਖੀਆਂ ਹੋਈਆਂ, ਲੋਕਾਂ ਦੇ ਸਾਹਮਣੇ ਆਈਆਂ ਹੋਈਆਂ। ਕਹਿੰਦੇ ਨੇ ਕਿ ਮਾਪਿਆਂ ਦਾ ਜੀਨੇ ਕਦੇ ਕੀਤਾ ਸਤਿਕਾਰ ਨਹੀਂ, ਘੜੀ ਪਲ ਕੋਲ ਬਹਿ ਕੇ ਪੁੱਛੀ ਸੁੱਖ ਸਾਰ ਨਹੀਂ, ਉਹ ਬੰਦਾ ਰੱਬ ਦੇ ਵੀ ਘਰ ਸਵਕਾਰ ਨਹੀਂ। ਦੱਸ ਕਿੱਥੋਂ ਭਾਣੇ ਜੋਗੀ ਦੌਲਤਾਂ ਤੇ ਸ਼ੌਹਰਤਾਂ, ਰੱਬ ਨੂੰ ਰੁਸਾ ਕੇ ਕਦੇ ਚੱਲੇ ਕਾਰੋਬਾਰ ਨਹੀਂ। ਮੰਜਾ ਘਰੋਂ ਬਾਹਰ ਚਲਿਆ ਜਾਣਾ, ਹਵੇਲੀ ਤੇ ਮਾਂ-ਬਾਪ ਚਲੇ ਜਾਣੇ, ਔਰ ਰੋਟੀਆਂ ਉਡੀਕਦੇ ਹੋਰ ਵੀ ਅੱਖਾਂ ਦੇ ਵਿੱਚੋਂ ਚਮਕ ਖਤਮ ਹੋ ਜਾਣੀ, ਬੁੱਢੇ ਹੋ ਜਾਣਾ। ਇਹ ਜਿਹੜੀ ਅਕਲਤਾ, ਇਹਨੂੰ ਕਿੱਦਾਂ ਤੁਸੀਂ ਕਹੋਗੇ? ਬਹੁਤ ਔਖਾ ਹੁੰਦਾ, ਕਿਉਂਕਿ ਜਦੋਂ ਮਾਂ-ਬਾਪ ਘਰ ਬਣਾਉਂਦੇ ਨੇ ਉਹ ਬੱਚਿਆਂ ਨੂੰ ਅੱਗੇ ਰੱਖ ਕੇ ਬਣਾਉਂਦੇ ਨੇ ਜੀ। ਜਦੋਂ ਬੱਚੇ ਘਰ ਬਣਾਉਂਦੇ ਨੇ ਉਹ ਮੇਰਾ ਖਿਆਲ ਨਿਜਤਾ ਦੇ ਵਿੱਚ ਆ ਜਾਂਦੇ ਨੇ ਜੀ, ਜਾਂ ਅਗਲੀ ਪੀੜ੍ਹੀ ਲਈ ਕਰਦੇ ਨੇ। ਉੱਥੇ ਮਾਂ-ਬਾਪ ਜਿਹੜੇ ਨੇ ਉਹ ਦਰਕਨਾਰ ਹੋ ਜਾਂਦੇ ਨੇ ਜਾਂ ਪਿੱਛੇ ਹੋ ਜਾਂਦੇ ਨੇ। ਗਰਾਜ ਦੇ ਵਿੱਚ ਜੀ ਮਾਂ-ਬਾਪ ਦੇ ਮੰਜੇ ਜਾਣੇ, ਸਰਵੈਂਟ ਕੁਆਟਰਾਂ ਦੇ ਵਿੱਚ ਮਾਂ-ਬਾਪ ਦੇ
ਮੰਜੇ ਜਾਣੇ ਜਾਂ ਕਿਸੇ ਸਟੋਰ ਦੇ ਵਿੱਚ ਜਾਣੇ ਜਾਂ ਕਿਸੇ ਨੁੱਕਰ ਦੇ ਵਿੱਚ ਜਾਣਾ ਔਰ ਉੱਥੋਂ ਮਾਂ-ਬਾਪ ਦਾ ਖੰਘਣਾ ਜਾਂ ਮਾਂ-ਬਾਪ ਦੀ ਆਵਾਜ਼ ਦੇਣੀ ਸ਼ਾਇਦ ਉਹਨਾਂ ਨੂੰ ਇੱਕ ਦਰਦ ਦਿੰਦਾ ਹੈਗਾ ਜਾਂ ਡਿਸਟਰਬੈਂਸ ਉਹਨਾਂ ਨੂੰ ਮਹਿਸੂਸ ਹੁੰਦੀ ਆ। ਇੱਥੇ ਮੇਰਾ ਖਿਆਲ ਬਿਲਕੁਲ ਉਹ ਲਾਈਨ ਆ ਕਿ ਜਿਹੜਾ ਮਾਂ-ਬਾਪ ਦੀ ਸਤਿਕਾਰ ਜਾਂ ਇੱਜ਼ਤ ਨਹੀਂ ਕਰ ਸਕਦਾ ਉਹ ਨਾ ਰੱਬ ਦੇ ਘਰ ਸਤਿਕਾਰਿਆ ਜਾਂਦਾ ਔਰ ਨਾ ਸਵੀਕਾਰਿਆ ਜਾਂਦਾ ਔਰ ਨਾ ਮੇਰਾ ਖਿਆਲ ਸਮਾਜ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਹਰ ਇੱਕ ਨੂੰ ਗੰਦਾ ਲੱਗਦਾ, ਨਹੀਂ ਅੱਛਾ ਲੱਗਦਾ। ਪਰ ਇਹ ਇੱਕ ਕੌੜਾ ਸੱਚ ਹੈ। ਪਰ ਉਹ ਜਿਹੜੇ ਮਾਂ-ਬਾਪ ਨੇ ਉਹਨਾਂ ਨੂੰ ਉਹ ਇਕੱਲਤਾ ਜਿਹੜੀ ਆ ਬਹੁਤ ਖੜਕਦੀ ਆ ਜਾਂ ਔਖੀ ਲੱਗਦੀ ਆ, ਔਖਾ ਲੱਗਦਾ ਉਹਨੂੰ ਚੱਲਣਾ। ਔਰ ਮੇਰਾ ਖਿਆਲ ਆ ਅੱਜ ਹਰ ਦਰਵਾਜ਼ੇ ਦੇ ਪਿੱਛੇ ਜਿਹੜੇ ਨੇ ਉਹ ਮਾਂ-ਬਾਪ ਦੇ ਹੰਝੂ ਤੁਸੀਂ ਦੇਖ ਸਕਦੇ ਹੋ ਔਰ ਮਾਂ-ਬਾਪ ਜਿਹੜੇ ਨੇ ਉਹ ਖੁੱਲ ਕੇ ਬਾਹਰ ਆਉਂਦੇ ਨੇ। ਤੇ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਇੱਕ ਅਖਾਣ ਜਾਂ ਗੱਲ ਹੈਗੀ ਆ ਕਿ ਜੇ ਤੁਸੀਂ ਆਪਣਾ ਚੱਗਾ ਚੁੱਕਦੇ ਹੋ ਤੇ ਆਪਣਾ ਪੇਟ ਹੀ ਦਿਖਦਾ ਜਾਂ ਢਿੱਡ ਹੀ ਨੰਗਾ ਹੁੰਦਾ। ਔਰ ਮਾਂ-ਬਾਪ ਨਾ ਤੇ ਖੁੱਲ ਕੇ ਬਾਹਰ ਗੱਲ ਕਰਦੇ ਨੇ, ਪਰਦੇ ਪਾਉਂਦੇ ਨੇ ਕਿ ਨਹੀਂ। ਉਹ ਪਰਦੇ ਪਾਉਣਾ ਜਿਹੜਾ ਹੈਗਾ ਉਹ ਬੱਚੇ ਜਿਹੜੇ ਨੇ ਹੁਣ ਨੂੰਹ ਪੁੱਤੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਜ਼ਿਆਦਾ ਕਰਕੇ ਆਫਟਰ ਮੈਰਿਜ ਇਹ ਪ੍ਰੋਬਲਮ ਜਿਹੜੀਆਂ ਸ਼ੁਰੂ ਹੁੰਦੀਆਂ ਨੇ। ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਮੈਂ ਜੇ ਬਾਹਰ ਗੱਲ ਕਰਦਾ ਆ ਔਰ ਇਹ ਸਮਾਜ ਹੈਗਾ ਇਹਦੇ ਦੋਨੋਂ ਪਾਸੇ ਦਾਤਰੀ ਦੇ ਤੇ ਇੱਕ ਬੰਨੇ ਉਹਨਾਂ ਨੇ ਕਿਸੇ ਨੇ ਤੁਹਾਨੂੰ ਬੁਰਾ ਕਹਿਣਾ, ਕਿਸੇ ਨੇ ਉਹਨਾਂ ਨੂੰ ਬੁਰਾ ਕਹਿਣਾ। ਜਿੰਨੇ ਤੁਹਾਡੇ ਸਾਹਮਣੇ ਤੁਹਾਨੂੰ ਚੰਗਾ ਕਹਿਣਾ ਉਹ ਤੁਹਾਡੀ ਪਿੱਠ ਪਿੱਛੇ ਬੁਰਾ ਵੀ ਕਹਿ ਸਕਦਾ। ਔਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਪੇਰੈਂਟਸ ਫਿਰ ਹੌਲੀ 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 ਇਕੱਲਤਾ ਵੱਲ ਦੇ ਵਿੱਚ ਜਾਂਦੇ ਨੇ, ਇਕੱਲਾ ਮਹਿਸੂਸ ਕਰਦੇ ਨੇ। ਔਰ ਜਿੰਨੀ ਦੇਰ ਤੇ ਉਹ ਚੱਲਦੇ ਫਿਰਦੇ ਨੇ, ਚਲੋ ਜੇ ਬਾਹਰ ਵੀ ਆਉਂਦੇ ਨੇ ਕਿਸੇ ਨੂੰ ਉਹ ਵੀ ਘਰ ਦੇ ਵਿੱਚ ਫਿਰਨਾ ਵੀ ਜਿਹੜਾ ਉਹਨਾਂ ਨੂੰ ਬੱਚਿਆਂ ਨੂੰ ਚੰਗਾ ਨਹੀਂ ਲੱਗਦਾ। ਜੇ ਗੈਸਟ ਆਉਂਦੇ ਨੇ ਉਹਨਾਂ ਦੇ ਕੋਲ ਆਉਣਾ ਜਾਂ ਹਾਲ ਚਾਲ ਪੁੱਛਣਾ ਉਹ ਵੀ ਚੰਗਾ ਨਹੀਂ ਲੱਗਦਾ। ਜਿਹੜੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਜਾਂ ਉਹਨਾਂ ਦੇ ਰਿਸ਼ਤੇ ਹੁੰਦੇ ਨੇ ਹੌਲੀ ਹੌਲੀ ਉਹ ਪਿੱਛੇ ਪੈ ਜਾਂਦੇ ਨੇ ਔਰ ਅਗਲੀ ਜਨਰੇਸ਼ਨ ਦੇ ਜਿਹੜੇ ਉਹ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਨੇ। ਉੱਥੇ ਵੀ ਉਹਨਾਂ ਨੂੰ ਜਿਹੜਾ ਹੈ ਵਿੱਚ ਬੈਠਣਾ ਜਾਂ ਵਿੱਚ ਸੱਦਣਾ ਜਾਂ ਉਹ ਵੀ ਵਿਖਾਵੇ ਦੇ ਤੌਰ ਤੇ ਜਿਹੜਾ ਬੱਚਿਆਂ ਨੂੰ ਲੱਗਦਾ ਕਿ ਨਹੀਂ ਇਹਨਾਂ ਦਾ ਆਉਣਾ ਜਿਹੜਾ ਆ ਉਹ ਸਾਨੂੰ ਡਿਸਰਿਸਪੈਕਟ ਸਾਡੀ ਹੈਗੀ ਆ ਵੀ ਉਹ ਪੁਰਾਣਾ ਹੈਗਾ, ਇਹਨਾਂ ਨੂੰ ਸਾਡੇ ਵਿੱਚ ਬੈਠਣਾ ਸੁਸਾਇਟੀ 'ਚ ਰਹਿਣਾ ਨਹੀਂ ਆਉਂਦਾ ਹੈਗਾ। ਉਹ ਕਿਤੇ ਨਾ ਕਿਤੇ ਮੇਰਾ ਖਿਆਲ ਬੱਚਿਆਂ ਦੀ ਗਲਤ ਫਹਿਮੀ ਤੁਸੀਂ ਕਹਿ ਸਕਦੇ ਹੋ ਤੇ ਔਖਾ ਹੋ ਜਾਂਦਾ ਪੇਰੈਂਟਸ ਦੇ ਲਈ। ਇਹ ਕੰਡੀਸ਼ਨਸ ਜਿਹੜੀਆਂ ਉਹ ਸਾਰੇ ਫੇਸ ਵੀ ਕਰਦੇ ਨੇ ਪਰ ਬਰਦਾਸ਼ਤ ਕਰਨਾ ਹਰ ਇੱਕ ਮਾਂ-ਬਾਪ ਲਈ, ਸਪੈਸ਼ਲੀ ਬੇਟੇ ਵੱਲੋਂ ਜਦੋਂ ਤੁਸੀਂ ਦਰਕਾਰੇ ਜਾਂਦੇ ਆ ਕਿਉਂਕਿ ਮਾਂ ਬੇਟੇ ਵਾਸਤੇ ਹਰ ਕੁਝ ਕਰਦੀ ਹੈ ਬਿਲਕੁਲ ਕਿਉਂਕਿ ਇੱਕ ਸਾਡੀ ਸੁਸਾਇਟੀ ਆ। ਮਾਂ ਦੀ ਇੱਕ ਵੀਕਨੈਸ ਹੁੰਦੀ ਆ, ਬੇਟੀ ਨੂੰ ਪਿਆਰ ਕਰਦੇ ਆ ਹਰ ਕੋਈ ਕਰਦਾ ਪਰ ਜਿਹੜਾ ਬੇਟਾ ਉਹ ਮਾਂ ਦੀ ਵੀਕਨੈਸ ਹੁੰਦਾ। ਬਾਪ ਜਿਹੜਾ ਉਹ ਭਾਵੇਂ ਕਹਿ ਲੋ ਕਿ ਇੱਕ ਨਿੰਮ ਦੇ ਦਰਖਤ ਵਰਗਾ ਹੁੰਦਾ, ਕੌੜਾ ਹੁੰਦਾ ਪਰ ਅਸਰਦਾਰ ਹੁੰਦਾ। ਤੇ ਬੱਚੇ ਜਿਹੜੇ ਨੇ ਉਹ ਮੇਰਾ ਖਿਆਲ ਬਹੁਤ ਇੱਕ ਸਟੇਜ ਨਿਕਲ ਜਾਂਦੀ ਹੈ ਇੱਕ ਉਮਰ ਤੋਂ ਬਾਅਦ ਸਮਝਦੇ ਨੇ ਪਰ ਉਦੋਂ ਤਾਂ ਬਹੁਤ ਕਈ ਵਾਰ ਦੇਰ ਹੋ ਚੁੱਕੀ ਹੁੰਦੀ। ਪੇਰੈਂਟਸ ਨਹੀਂ ਰਹਿੰਦੇ ਹੈਗੇ, ਉਹਨਾਂ ਨੂੰ ਉਦੋਂ ਮਹਿਸੂਸ ਹੁੰਦਾ ਕਿ ਨਹੀਂ ਉਹਨਾਂ ਦੀ ਜਿਹੜੀ ਗੱਲ ਕਹੀ ਸੀ ਉਹ ਠੀਕ ਸੀ, ਅਸੀਂ ਕਿਤੇ ਗਲਤ ਸੀ, ਪਰ ਉਹ ਦੇਰ ਜਿਹੜੀ ਆ ਉਹ ਮੁੜ ਕੇ ਹੱਥ ਨਹੀਂ ਆਉਂਦੀ। ਬਿਲਕੁਲ ਜੀ, ਉਹੀ ਗੱਲ ਹੈ ਨਾ ਕਿ ਬੱਚਾ ਇੱਕ ਜਵਾਕ ਨਿਆਣਾ ਜਿਹੜਾ ਉਹ ਚਾਂਦੀ ਦਾ ਸਿੱਕਾ ਉਛਾਲਦਾ ਫਿਰਦਾ ਜਦੋਂ ਉਹਦੇ ਹੱਥ ਦੇ ਵਿੱਚ ਹੁੰਦਾ। ਬਿਲਕੁਲ ਜਦੋਂ ਕਿਤੇ ਉਹੀ ਚਾਂਦੀ ਦਾ ਸਿੱਕਾ ਨਾਲੀ ਦੇ ਵਿੱਚ ਡਿੱਗ ਜਵੇ ਫਿਰ ਉਹਨੂੰ ਉਸ ਚਾਂਦੀ ਦੇ ਸਿੱਕੇ ਦੀ ਕਦਰ ਪੈਂਦੀ ਹੈ। ਬਿਲਕੁਲ ਯਾਰ ਮੇਰੇ ਹੱਥ ਦੇ ਵਿੱਚ ਸੀ ਇਹ। ਇਸੇ ਤਰ੍ਹਾਂ ਮਾਪੇ ਵੀ ਸਾਡੇ ਹੱਥਾਂ ਦੀਆਂ ਦੌਲਤਾਂ ਨੇ ਔਰ ਜਦੋਂ ਕਿਤੇ ਗਵਾਚ ਜਾਂਦੇ ਨੇ, ਖੁੱਸ ਜਾਂਦੀਆਂ ਨੇ ਜਾਂ ਉਮਰ ਵਿਹਾ ਜਾਂਦੇ ਨੇ ਤਾਂ ਫਿਰ ਪਤਾ ਲੱਗਦਾ ਕਿ ਬਿਲਕੁਲ ਬਾਅਦ ਦੇ ਵਿੱਚ ਲੰਗੇ ਸਮੇਂ ਤੋਂ ਬਾਅਦ ਪਤਾ ਲੱਗਦਾ ਕਿ ਵੀ ਉਹ ਸਮਾਂ ਕਿੰਨਾ ਜ਼ਰੂਰੀ ਸੀ। ਬਿਲਕੁਲ ਬਿਲਕੁਲ ਜਿਵੇਂ ਅਸੀਂ ਗੱਲ ਕਰਦੇ ਪਏ ਹਾਂ ਕਿ ਘਰਾਂ ਦੇ ਵਿੱਚ ਉਹਨਾਂ ਨੂੰ ਕਮਰੇ ਤੱਕ ਨਹੀਂ ਮਿਲਦੇ ਰਹਿਣ ਨੂੰ, ਹਨਾ, ਜਿੱਦਾਂ ਤੂੜੀ ਵਾਲੇ ਕਮਰੇ 'ਚ ਚਲੇ ਗਏ, ਤੁਸੀਂ ਗੱਲ ਕਰ ਰਹੇ ਹੋ ਸਰਵਿੰਟ ਕੁਆਰਟਰਸ ਦੇ ਵਿੱਚ ਚਲੇ ਗਏ, ਬਿਲਕੁਲ ਗਰਾਜ 'ਚ ਚਲੇ ਗਏ, ਗਰਾਜ ਦੇ ਵਿੱਚ ਉਹਨਾਂ ਦੇ ਮੰਜੇ ਢਾ ਦਿੱਤੇ ਵੀ ਤੁਸੀਂ ਇੱਥੇ ਰਹਿਣਾ ਆ, ਹਨਾ। ਕਿਤੇ ਨਾ ਕਿਤੇ ਬੱਚੇ ਸਮਝਦੇ ਆ ਕਿ ਵੀ ਇਹਨਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਆ ਨਾ, ਇਹਨਾਂ ਦਾ ਜਿਹੜਾ ਰਹਿਣ ਸਹਿਣ ਹੈ ਉਹ ਸਾਡੇ ਨਾਲ ਮੈਚ ਨਹੀਂ ਕਰਦਾ, ਹਨਾ, ਵੀ ਅਸੀਂ ਜ਼ਿਆਦਾ ਪੜ੍ਹੇ ਲਿਖੇ ਹੋ ਗਏ ਆ, ਅਸੀਂ ਸੋਹਣੇ ਕੱਪੜੇ ਲਾਉਂਦੇ ਮਤਲਬ ਪਾਉਂਦੇ ਆ, ਹਨਾ। ਤੇ ਜੇ ਆਪਾਂ ਦੇਖੀਏ ਕਿ ਬਿਰਧ ਆਸ਼ਰਮ, ਹਨਾ, ਇਹ ਟ੍ਰੈਂਡ ਸਾਡਾ ਨਹੀਂ ਹੈਗਾ ਤੇ ਇਹ ਵਾਲਾ ਜਿਹੜਾ ਟ੍ਰੈਂਡ ਆ ਕਿ ਇਹ ਮਤਲਬ ਕਿੱਥੋਂ ਸ਼ੁਰੂ ਹੋ ਕੇ ਵੀ ਮਤਲਬ ਇਹੀ ਜਿਹੜੇ ਕਾਰਨ ਨੇ ਕਿ ਵੀ ਇਹ ਜਿਹੜੇ ਮਾਪੇ ਨੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਜਾਂਦਾ ਹੈ। ਬਿਲਕੁਲ ਇਹ ਸਾਡਾ ਤੇ ਕਲਚਰ ਹੈ ਨਹੀਂ। ਓਲਡ ਏਜ ਹੋਮ ਜਿਹੜੇ ਸੀ ਜਾਂ ਬਿਰਧ ਆਸ਼ਰਮ ਜਿਹੜੇ ਨੇ ਉਹ ਸਾਡਾ ਕਲਚਰ ਨਹੀਂ ਹੈਗਾ। ਪਰ ਜੋ ਇਸ ਵੇਲੇ ਟਾਈਮ ਹੈ ਜਾਂ ਜਿਹੋ ਜਿਹਾ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਉਹ ਦੋਨੋਂ ਹੀ ਹੈ।
ਇੱਕ ਜ਼ੁਬਾਨ ਦੀ ਵਾਇਲੈਂਸ ਵੀ ਹੈ, ਡੋਮੈਸਟਿਕ ਵਾਇਲੈਂਸ, ਔਰ ਕੁੱਟਮਾਰ ਦੇ ਵੀ ਜਿਹੜੀਆਂ ਬਹੁਤ ਜ਼ਿਆਦਾ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਜਾਂ ਨਿਊਜ਼ਪੇਪਰ ਦੇ ਵਿੱਚ ਦੇਖਦੇ ਹਾਂ। ਔਰ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਗਰੀਬ ਤਬਕਾ ਹੈ, ਅਸੀਂ ਇਹੋ ਜਿਹੇ ਜਿਹੜੇ ਨੇ ਅਸੀਂ ਬਾਈ ਨੇਮ ਤੇ ਨਹੀਂ ਕਵਾਂਗੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸੀਗੇ ਜਾਂ IPS ਆਫਸਰ ਸੀਗੇ, ਉਹਨਾਂ ਦੇ ਨਾਲ ਜੋ ਕੁਝ ਹੋਇਆ, ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀਗੇ, ਉਹਨਾਂ ਦੇ ਨੂੰਹ ਪੁੱਤ ਨੇ ਉਹਨਾਂ ਨੂੰ ਚਪੇੜਾਂ ਤੱਕ ਮਾਰੀਆਂ, ਔਰ ਚੀਫ ਜਸਟਿਸ ਜਿਹੜੇ ਸੀਗੇ ਉਹਨਾਂ ਦੇ ਨੂੰਹ ਪੁੱਤ ਨੇ ਉਹਨਾਂ ਦੇ ਨਾਲ ਮਿਸਬਿਹੇਵ ਕੀਤਾ, ਔਰ ਇੱਥੋਂ ਤੱਕ ਕਿ ਉਹਨਾਂ ਨੂੰ ਘਰੋਂ ਕੱਢਣ ਤੱਕ ਦੀ ਨੌਬਤ ਆ ਗਈ। ਔਰ IPS ਆਫਸਰ ਸੀਗੇ, ਉਹਨਾਂ ਦੀ ਤੇ ਜਿਹੜੀ ਡਾਟਰ ਇਨ ਲਾਅ ਸੀਗੀ, ਉਹਨੇ ਚੱਪਲ ਦੇ ਨਾਲ ਉਹਨਾਂ ਨੂੰ ਕੁੱਟਿਆ। ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਔਖਾ ਹੁੰਦਾ ਪੇਰੈਂਟਸ ਨੂੰ ਘਰ ਦੇ ਵਿੱਚ ਰਹਿਣਾ ਵੀ। ਉਹ ਕਈ ਵਾਰੀ ਤਾਂ ਫਿਰ ਇਹ ਹੁੰਦਾ ਕਿ ਚਲੋ ਜੇ ਘਰ ਦੇ ਵਿੱਚ ਨਹੀਂ ਇੰਨਾ ਕੰਫਰਟ ਮਿਲ ਰਿਹਾ ਜਾਂ ਇੰਨੀ ਇਨਸਲਟ ਹੋ ਰਹੀ ਆ ਤਾਂ ਉਹ ਆਪਣੇ ਆਪ ਹੀ ਚਲੇ ਜਾਂਦੇ ਨੇ। ਕੋਈ ਸੀਨੀਅਰ ਸਿਟੀਜ਼ਨ ਹੋਮ ਨੇ ਜਿਹੜੇ ਬਹੁਤ ਅੱਛੀਆਂ ਫੈਸਿਲਿਟੀਜ਼ ਵੀ ਦਿੰਦੇ ਨੇ, ਔਰ ਕਈ ਵਾਰੀ ਫਿਰ ਬੱਚੇ ਜਿਹੜੇ ਨੇ ਉਹ ਉਹਨਾਂ ਨੂੰ ਕਿਸੇ ਧਾਰਮਿਕ ਸਥਾਨ ਦੇ ਉੱਤੇ ਛੱਡਿਆ ਏ ਜਾਂ ਧੋਖੇ ਦੇ ਨਾਲ ਹੀ ਉਹਨਾਂ ਨੂੰ ਕਿਸੇ ਬਿਰਧ ਆਸ਼ਰਮ ਦੇ ਵਿੱਚ ਛੱਡਿਆ ਏ। ਘਰ ਛੱਡਣਾ ਬਹੁਤ ਔਖਾ ਹੁੰਦਾ ਜੀ, ਫੈਸਿਲਿਟੀਜ਼ ਮਰਨ ਬਰਾਬਰ ਹੈਗਾ। ਪਰ ਇਹ ਜਿਹੜਾ ਜਦੋਂ ਅਸੀਂ ਬਿਰਧ ਆਸ਼ਰਮ ਦੀ ਗੱਲ ਕਰਦੇ ਹਾਂ, ਕਲਚਰ ਨਹੀਂ ਹੈਗਾ, ਔਰ ਸਾਨੂੰ ਇਹ ਬਹੁਤ ਗੰਦਾ ਲੱਗਦਾ ਕਿ ਬੜੀ ਤੇਜ਼ੀ ਦੇ ਨਾਲ ਇਹ ਕਲਚਰ ਜਿਹੜਾ ਹੈ ਡਿਵੈਲਪ ਹੋ ਰਿਹਾ, ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ 올ਡ ਏਜ ਹੋਮ, ਜਿੱਥੇ ਅਸੀਂ ਇਹਨੂੰ ਕਹਿੰਦੇ ਕਿ ਗਲਤ ਹੈ। ਇੱਕ ਪੱਖ ਜੇ ਦੇਖੀਏ, ਜੇ ਤੁਸੀਂ ਅਫੋਰਡ ਕਰ ਸਕਦੇ ਆ, ਜਿਹੜੇ ਉੱਥੇ ਜਾਂਦੇ ਨੇ ਫਿਰ ਰੋਜ਼-ਰੋਜ਼ ਦੀ ਜਲਾਲਤ ਸਹਿਣ ਨਾਲੋਂ ਫਿਰ ਉੱਥੇ ਘੱਟੋ ਘੱਟ ਤੁਹਾਨੂੰ 2 ਵੇਲੇ ਦੀ ਰੋਟੀ ਤੇ ਮਿਲਦੀ, ਜੇ ਤੁਸੀਂ ਪੈਸੇ ਦੇ ਕੇ ਖਾਂਦੇ ਹੋ ਜਾਂ ਆਪਣੀ ਪੈਨਸ਼ਨ ਚੋਂ ਦਿੰਦੇ ਹੋ ਜਾਂ ਸੋਰਸ ਆਫ ਇਨਕਮ ਜੋ ਵੀ ਤੁਹਾਡਾ ਹੈਗਾ, ਤੁਸੀਂ ਇੱਕ ਪੀਸ ਆਫ ਮਾਈਂਡ ਤੇ ਹੈ ਤੁਹਾਡਾ। ਜੇ ਘਰ ਦੇ ਵਿੱਚ ਸਵੇਰੇ ਉੱਠਦਿਆਂ ਹੀ ਤੁਹਾਨੂੰ ਕਿਸੇ ਨੇ ਕਹਿਣਾ ਕਿ ਤੁਸੀਂ ਕਿਉਂ ਉੱਠੇ, ਜੇ ਜਲਦੀ ਉੱਠੇ ਤੇ ਜਲਦੀ ਕਿਉਂ ਉੱਠੇ, ਜੇ ਲੇਟ ਉੱਠੇ ਤੇ ਲੇਟ ਕਿਉਂ ਉੱਠੇ, ਜੇ ਦਰਵਾਜ਼ੇ ਤੋਂ ਬਾਹਰ ਆਏ ਤੇ ਤੁਸੀਂ ਬਾਹਰ ਕਿਉਂ ਆਏ, ਜੇ ਅੰਦਰ ਬੈਠੇ ਤਾਂ ਤੁਸੀਂ ਸਾਰਾ ਦਿਨ ਅੰਦਰ ਕਿਉਂ ਬੈਠੇ, ਤਾਂ ਉਹਦੇ ਨਾਲੋਂ ਫਿਰ ਉੱਥੇ ਤੁਸੀਂ ਇੱਕ ਆਪਣੀ ਲਾਈਫ ਤੇ ਜੀਂਦੇ ਹੋ। ਤੁਹਾਡੇ ਨਾਲ ਕੋਈ ਆਪਣੇ ਹਮ ਉਮਰ ਜਿਹੜੇ ਨੇ 올ਡ ਬੰਦੇ ਨੇ, ਤੁਸੀਂ ਆਪਣੀ ਕੋਈ ਗੱਲ ਸਾਂਝੀ ਕਰਦੇ ਹੋ। ਤੇ ਜਿੱਥੇ ਮਾੜਾ ਹੈਗਾ ਉਹਦੇ ਮੈਰਿਟ ਡੀਮੈਰਿਟਸ ਤੇ ਦੋਨੋਂ ਹੈਗੇ ਨੇ। ਬਿਲਕੁਲ ਜੀ, ਕਹਿੰਦੇ ਨੇ ਕਿ ਇਹ ਜਿਹੜੀਆਂ ਗੱਲਾਂ ਹੁਣ ਇਸ ਵੇਲੇ ਹੋ ਰਹੀਆਂ ਨੇ ਕਿਉਂਕਿ ਇਹ ਘਰ ਘਰ ਦੀਆਂ ਗੱਲਾਂ ਨੇ। ਬਿਲਕੁਲ ਹਰ ਇੱਕ ਘਰ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਸੀ ਕਿ ਹਰ ਬੰਦ ਦਰਵਾਜ਼ੇ ਦੇ ਮਗਰ ਇਹ ਬਹੁਤ ਸਾਰੇ ਅਥਰੂਆਂ ਦਾ ਵਗਦਾ ਹੋਇਆ ਦਰਿਆ ਆ। ਮੈਨੂੰ ਇੱਥੇ ਕਹਾਣੀ ਬਜ਼ੁਰਗਾਂ ਦੇ ਕੋਲੋਂ ਸੁਣੀ ਹੋਈ ਯਾਦ ਆ ਰਹੀ ਹੈ, ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਉਹ ਸਾਂਝੀ ਕਰਨੀ ਚਾਹਾਂਗਾ। ਇੱਕ ਨੂੰਹ ਪੁੱਤ ਨੇ ਆਪਸ ਵਿੱਚ ਆਪਣੇ ਬਜ਼ੁਰਗਾਂ ਨੂੰ ਬੜਾ ਤੰਗ ਕੀਤਾ, ਬਹੁਤ ਜ਼ਿਆਦਾ ਉਹਨਾਂ ਦੇ ਨਾਲ ਲੜਾਈ ਝਗੜਾ ਮਾਰ ਕੁਟਾਈ। ਅੰਤ ਨੌਂ ਤੇ ਪੁੱਤ ਫੈਸਲਾ ਕਰਦੇ ਆ ਕਿ ਆਪਣੇ ਇਸ ਬਜ਼ੁਰਗ ਨੂੰ ਨਾ ਕਿਤੇ ਨਹਿਰ ਦੇ ਵਿੱਚ ਹੀ ਧੱਕਾ ਦੇ ਆਈਏ। ਉਹ ਬਜ਼ੁਰਗ ਨੂੰ ਆਪਣੇ ਨੂੰ ਮੋਢਿਆਂ ਤੇ ਚੁੱਕਦਾ ਤੇ ਲੈ ਜਾਂਦਾ ਨਦੀ ਦੇ ਵੱਲ ਨੂੰ ਕਿ ਇਹਨੂੰ ਅੱਜ ਤਾਂ ਫਿਰ ਮੈਂ ਡੁਬੋਈ ਹੋਣਾ, ਇਹ ਕੰਮ ਸਾਰਾ ਖਤਮ ਹੀ ਕਰੇ ਹੋਣਾ। ਬਜ਼ੁਰਗ ਨੂੰ ਮੋਢਿਆਂ ਤੇ ਚੁੱਕ ਕੇ ਉਹ ਪੁੱਤਰ ਜਾਂਦਾ ਆ ਨਦੀ ਦੇ ਵਿੱਚ। ਜਦੋਂ ਉਤਰਦਾ ਆ ਥੋੜੀ ਦੂਰ ਅੱਗੇ ਜਾਂਦਾ ਤੇ ਪਿਓ ਨੂੰ ਪਤਾ ਹੁੰਦਾ ਕਿ ਹਾਂ ਇਹ ਹੁਣ ਮੈਨੂੰ ਡੋਬਣ ਆਇਆ, ਤੇ ਉਹ ਉਹਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਰ, ਥੋੜਾ ਜਿਹਾ ਅੱਗੇ ਚਲਿਆ ਜਾ, ਥੋੜਾ ਜਿਹਾ ਅੱਗੇ। ਤਾਂ ਪੁੱਤਰ ਪੁੱਛਦਾ ਕਿਉਂ ਬਾਪੂ, ਕੀ ਗੱਲ, ਇੱਥੇ ਕਿਉਂ ਨਹੀਂ? ਕਹਿੰਦਾ ਨਹੀਂ, ਇੱਥੇ ਮੈਂ ਆਪ ਦੇ ਪਿਓ ਨੂੰ ਡੋਬਿਆ ਸੀ, ਤੂੰ ਮੈਨੂੰ ਥੋੜਾ ਜਿਹਾ ਅੱਗੇ ਡੋਬ ਦੇ। ਗੱਲ ਕੀ ਉਹੀ ਸਰਕਲ, ਉਹੀ ਕਹਾਣੀ, ਉਹੀ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ। ਕਿਉਂਕਿ ਜੇਕਰ ਅੱਜ ਅਸੀਂ ਅਧਿਐਨ ਕਰੀਏ, ਸਟੱਡੀ ਇਹ ਕਹਿੰਦੀ ਹੈ ਕਿ ਜਿਹੜੀ ਸਾਡੀ ਬਜ਼ੁਰਗ ਅਵਸਥਾ ਇਸ ਵੇਲੇ, ਜਿਹੜੇ ਸਾਡੇ ਬਜ਼ੁਰਗਾਂ ਦੀ ਗਿਣਤੀ ਹੈ, ਪੂਰੀ ਦੁਨੀਆ ਦੀ ਕੁੱਲ ਪਾਪੂਲੇਸ਼ਨ ਦਾ 9% ਲਗਭਗ ਹਿੱਸਾ ਜਿਹੜਾ ਉਹ ਬਜ਼ੁਰਗ ਆ, ਤੇ 2050 ਦੇ ਵਿੱਚ ਇਹ 3 ਗੁਣਾ ਹੋ ਜਾਣੀ ਹੈ ਤੇ ਅਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੋ ਜਾਣਾ। ਸਾਡੇ ਨਾਲ ਇਹ ਪੋਜੀਸ਼ਨਾਂ ਹੋਣ, ਅਸੀਂ ਆਪਣੇ ਬੱਚਿਆਂ ਨੂੰ ਕਹੀਏ ਕਿ ਥੋੜਾ ਜਿਹਾ ਅੱਗੇ ਕਰਕੇ ਡੋਬੀ। ਇਹ ਕਿਉਂ ਇਹ ਹਾਲਾਤ ਬਣਦੇ ਨੇ? ਕਾਰਨ ਕੀ ਤੁਸੀਂ ਸਮਝਦੇ ਹੋ? ਮੇਰਾ ਖਿਆਲ ਜਿਹੜਾ ਉਹੀ ਸਰਕਲ ਜਿਹੜਾ ਘੁੰਮਦਾ ਹੈਗਾ, ਜਦੋਂ ਅਸੀਂ ਬੱਚੇ ਹੁੰਨੇ ਆ ਜਾਂ ਨੌਜਵਾਨ ਹੁੰਨੇ ਆ, ਅਸੀਂ ਆਪਣੇ ਬੱਚਿਆਂ ਦੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਆ, ਆਪਣੇ ਮਾਂ-ਬਾਪ ਨੂੰ ਕਿਤੇ ਨਾ ਕਿਤੇ ਨੈਗਲੈਕਟ ਕਰਦੇ ਆ। ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਦੋਂ ਪਹਿਲਾਂ ਨੈਗਲੈਕਟ ਕਰਦੇ ਸੀ, ਉਹ ਜੁਆਇੰਟ ਫੈਮਿਲੀਜ਼ ਸੀਗੀਆਂ, ਉਹ ਫੈਮਿਲੀ ਦੇ ਵਿੱਚੋਂ ਕੋਈ ਇੱਕ ਅੱਧਾ ਮੈਂਬਰ ਤੇ ਇਹੋ ਜਿਹਾ ਹੁੰਦਾ ਸੀ ਜਿਹੜਾ ਉਹ ਸਾਂਭ ਲੈਂਦਾ ਸੀ। ਹੁਣ ਸਿਚੁਏਸ਼ਨ ਇਹ ਹੈਗੀ ਕਿ ਸਾਂਭਣ ਵਾਲੇ ਹੀ ਹੈ ਨਹੀਂ, ਕਿਸੇ ਦਾ ਇੱਕ ਬੱਚਾ, ਕਿਸੇ ਦੇ 2 ਬੱਚੇ ਨੇ। ਤੇ ਉਹ ਜਿਹੜੀ ਕੰਡੀਸ਼ਨ ਆ ਗਈ, ਜਾਂ ਜਿਸ ਜਗ੍ਹਾ ਦੇ ਉੱਤੇ ਅਸੀਂ ਆ ਕੇ ਖੜੇ ਹੋ ਗਏ, ਉੱਥੇ 2 ਹੀ ਰਸਤੇ ਹੈਗੇ, ਜਾਂ ਤੇ ਤੁਸੀਂ ਘਰ ਦੇ ਵਿੱਚ ਉਸ ਚੀਜ਼ ਨੂੰ ਬਰਦਾਸ਼ਤ ਕਰੋ, ਜਾਂ ਆਪਣੇ ਆਪ
ਜੇ ਅਫੋਰਡ ਕਰਦੇ ਆ ਤੇ ਜਾਂ ਤੁਸੀਂ ਆਪ 올ਡ ਏਜ ਹੋਮ 'ਚ ਬਰਦਾਸ਼ਤ ਲਫ਼ਜ਼ ਆਪਾਂ ਵਿੱਚੋਂ ਕੱਢ ਦਈਏ, ਕਿਤੇ ਕਿਸੇ ਤਰੀਕੇ ਦੇ ਨਾਲ ਕੋਈ ਹੱਲ, ਕੋਈ ਇਸ ਤਰੀਕੇ ਦੇ ਨਾਲ ਕਿ ਪਰਿਵਾਰਾਂ ਦੇ ਵਿੱਚ ਆਪਸੀ ਮਿਲਵਰਤਨ ਦੇ ਨਾਲ ਬਜ਼ੁਰਗ ਇਗਨੋਰ ਨਾ ਹੋਣ ਔਰ ਬਜ਼ੁਰਗ ਆਪਣੇ ਬੱਚਿਆਂ ਦੇ ਨਾਲ ਇੱਕ ਅੱਛਾ ਤਾਲਮੇਲ ਬਣਾਈ ਰੱਖਣ। ਬਿਲਕੁਲ, ਇਹਦੇ ਵਿੱਚ ਦੋ ਚੀਜ਼ਾਂ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਤੇ ਘੱਟੋ ਘੱਟ ਹਾਫ ਐਨ ਆਵਰ, ਅੱਧਾ ਘੰਟਾ ਵੀ ਤੁਸੀਂ ਮਾਂ-ਬਾਪ ਦੇ ਨਾਲ ਬੈਠ ਜਾਓ ਔਰ ਉਹਨਾਂ ਨਾਲ ਗੱਲ ਕਰੋ, ਪਿਆਰ ਨਾਲ ਗੱਲ ਕਰੋ, ਕਿਉਂਕਿ ਉਹਨਾਂ ਨੂੰ ਹੁਣ ਉਸ ਸਟੇਜ ਤੇ ਆ ਗਿਆ ਕਿ ਉਹਨਾਂ ਨੂੰ ਬਹੁਤ ਚੀਜ਼ਾਂ ਦੀ ਜ਼ਰੂਰਤ ਨਹੀਂ, ਬਿਲਕੁਲ ਉਹਨਾਂ ਨੂੰ ਪਿਆਰ ਔਰ ਰਿਸਪੈਕਟ ਦੀ ਜ਼ਰੂਰਤ ਹੈਗੀ ਆ। ਔਰ ਜੇ ਅਸੀਂ ਇਹ ਕਹਿ ਲਈਏ ਕਿ ਇਹਨਾਂ ਨੂੰ ਸਮਝ ਨਹੀਂ ਆਉਂਦੀ ਜਾਂ ਇਹ ਸਾਡੇ ਵਰਕਿੰਗ ਕੰਡੀਸ਼ਨਸ ਜਿਹੜੀਆਂ ਉਹਨਾਂ ਨੂੰ ਨਹੀਂ ਸਮਝਦੇ ਹੈਗੇ, ਉਹ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਵੀ ਉੱਥੇ ਗਲਤ ਆ, ਕਿਉਂਕਿ ਇਸ ਵੇਲੇ ਜਿਹੜੀ 올ਡ ਏਜ ਦੇ ਵਿੱਚ ਜਾ ਰਹੇ ਨੇ ਉਹ ਜ਼ਿਆਦਾ ਤੱਕ ਪੜ੍ਹੇ ਲਿਖੇ ਨੇ, ਨੌਕਰੀ ਪੇਸ਼ਾ ਜਿਹੜੀ ਹੈਗੀ ਕਲਾਸ ਆ ਗਈ ਜਾਂ ਉਹ ਪੀੜ੍ਹੀ ਹੈਗੀ ਆ। ਉੱਥੇ ਦੋਨਾਂ ਨੂੰ ਥੋੜਾ ਜਿਹਾ ਜੇ ਕਰ ਲਓ ਕਿ ਮਾਂ-ਬਾਪ ਇਹ ਸਮਝਣ ਕਿ ਇਹਨਾਂ ਦੀ ਵਰਕਿੰਗ ਕੰਡੀਸ਼ਨ ਕੀ ਹੈਗੀ ਆ ਔਰ ਬੱਚੇ ਸਮਝਣ ਕਿ ਇਹਨਾਂ ਨੂੰ ਅੱਧਾ ਘੰਟਾ ਦਿੱਤਾ ਜਿਹੜਾ ਹੈ ਇਹਨਾਂ ਵਾਸਤੇ ਬਹੁਤ ਜ਼ਿਆਦਾ, ਬਿਲਕੁਲ ਨੈਗਲੈਕਟ ਕਰਨ ਨਾਲੋਂ ਤੁਸੀਂ ਆਪਣੇ ਟਾਈਮ ਦੇ ਵਿੱਚੋਂ ਤੁਸੀਂ ਮੋਬਾਈਲ ਤੇ ਵੀ ਰਹਿੰਦੇ ਹੋ, ਸੋਸ਼ਲ ਮੀਡੀਆ ਤੇ ਰਹਿੰਦੇ ਹੋ, ਤੁਸੀਂ ਜਿਹੜੇ ਬਹੁਤ ਦੂਰ ਬੈਠੇ ਨੇ ਜਿਨ੍ਹਾਂ ਨੂੰ ਮੇਰਾ ਖਿਆਲ ਅਸੀਂ ਕਦੀ ਮਿਲੇ ਵੀ ਨਹੀਂ ਹੁੰਦੇ, ਤੁਸੀਂ ਉਹਨਾਂ ਨਾਲ ਚੈਟ ਕਰਦੇ ਹੋ, ਉਹਨਾਂ ਨਾਲ ਗੱਲ ਕਰਦੇ ਹੋ, ਤੁਸੀਂ ਉਹਨਾਂ ਨੂੰ ਫਰੈਂਡ ਬਣਾਉਂਦੇ ਹੋ, ਤੁਸੀਂ ਉਹਨਾਂ ਨੂੰ ਹਰ ਇੱਕ ਟਾਈਮ ਦਿੰਦੇ ਹੋ, ਤੁਸੀਂ ਉਹ ਟਾਈਮ ਇਹਨਾਂ ਨੂੰ ਵੀ ਦੇ ਸਕਦੇ ਹੋ। ਬਿਲਕੁਲ, ਤੁਸੀਂ ਕੰਪਿਊਟਰ ਤੇ ਗੇਮ ਖੇਲ ਰਹੇ ਹੋ, ਤੁਸੀਂ ਕੁਝ ਵੀ ਕਰ ਰਹੇ ਹੋ, ਉਸ ਟਾਈਮ ਦੇ ਵਿੱਚ ਉਹਨਾਂ ਨੂੰ ਟਾਈਮ ਦੇ ਦਿਓ ਔਰ ਉਹ ਜਿਹੜਾ ਤਾਲਮੇਲ ਉਹ ਬੈਠ ਜਾਏਗਾ ਜੀ। ਤੇ ਜੇ ਤੁਸੀਂ ਇਹ ਕਹੋ ਕਿ ਮਾਂ-ਬਾਪ ਨੂੰ ਬਿਲਕੁਲ ਨਹੀਂ ਟਾਈਮ ਦੇਣਾ ਤੇ ਉਹ ਮਾਂ-ਬਾਪ ਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ, ਰਿਸਪੈਕਟ ਔਰ ਪਿਆਰ ਚਾਹੀਦਾ। ਔਰ ਪੇਰੈਂਟਸ ਨੂੰ ਕਿਤੇ ਨਾ ਕਿਤੇ ਵਰਕਿੰਗ ਕੰਡੀਸ਼ਨ ਜਿਹੜੀ ਹੈ ਬੱਚਿਆਂ ਦੀ, ਚਾਹੇ ਉਹ ਡਾਟਰ ਇਨ ਲਾ ਹੈ ਜਾਂ ਬੇਟਾ ਹੈ, ਵਰਕਿੰਗ ਕੰਡੀਸ਼ਨ ਜਿਹੜੀ ਆ ਉਹਨਾਂ ਦੀ ਸਮਝਣੀ ਜਿਹੜੀ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਕੰਮਕਾਜ ਸਾਹਮਣੇ ਜਿਹੜੇ ਕੀ ਆ ਬੜੇ ਔਖੇ ਨੇ ਅੱਜ ਕੱਲ ਇਸ ਆਧੁਨਿਕਤਾ ਦੇ ਵਿੱਚ ਬੜੀ ਦੌੜ ਲੱਗੀ ਹੋਈ ਆ। ਇਸ ਦੌੜ ਦੇ ਵਿੱਚ ਬੱਚਾ ਕੀ ਕਰ ਰਿਹਾ, ਕੀ ਨਹੀਂ ਕਰ ਰਿਹਾ, ਇਹ ਸਾਰਾ ਕੁਝ ਸਮਝਣਾ ਮਾਂ-ਬਾਪ ਦੀ ਔਰ ਬੱਚੇ ਦਾ, ਜਿਵੇਂ ਤੁਸੀਂ ਦੱਸਿਆ ਕਿ ਬਿਲਕੁਲ ਘੱਟੋ ਘੱਟ ਅੱਧਾ ਘੰਟਾ ਹੋ ਜਾਵੇ। ਔਰ ਉਹ ਕਹਿੰਦੇ ਨੇ ਕਿ ਮਾਂ-ਬਾਪ ਤਾਂ ਇੰਨੇ ਬੜੇ ਖੁਸ਼ ਹੁੰਦੇ ਨੇ ਕਿ ਜਦੋਂ ਆਣ ਕੇ ਹਾਲ ਚਾਲ ਹੀ ਪੁੱਛ ਲਿਆ, ਹਾਂ ਕਿਵੇਂ ਹੋ, ਠੀਕ ਹੋ, ਰੋਟੀ ਪਾਣੀ ਛਕਿਆ ਕਿ ਨਹੀਂ ਛਕਿਆ, ਇਹਨਾਂ ਦੇ ਵਿੱਚ ਹੀ ਖੁਸ਼ ਹੋ ਜਾਂਦੇ। ਬਿਲਕੁਲ, ਪੇਰੈਂਟਸ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਕਿਉਂਕਿ ਉਸ ਕੰਡੀਸ਼ਨ ਦੇ ਵਿੱਚ ਆ ਜਾਂਦੇ ਨੇ ਕਿ ਉਹਨਾਂ ਨੂੰ ਇੱਕ ਤੁਹਾਡੀ ਆਵਾਜ਼ ਜਿਹੜੀ ਹੈ, ਮਾਂ-ਬਾਪ ਅੰਦਰ ਬੈਠੇ ਨੇ, ਉਹ ਆਪਣੇ ਬੇਟੇ ਦੀ ਆਵਾਜ਼ ਸੁਣ ਕੇ ਵੀ ਸੈਟੀਸਫਾਈਡ ਹੋ ਜਾਂਦੇ ਨੇ ਕਿ ਹਾਂ, ਜੇ ਉਹ ਸਵੇਰੇ ਜਾਣ ਲੱਗਾ ਉਹਨੇ ਆਪਣੇ ਮਾਂ-ਬਾਪ ਨੂੰ ਬੁਲਾ ਲਿਆ ਕਿ ਹਾਂ ਮਾਮਾ ਮੈਂ ਜਾ ਰਿਹਾ ਜਾਂ ਮਾਂ ਮੈਂ ਜਾ ਰਿਹਾ, ਹਨਾ, ਜਾਂ ਇੰਨੀ ਕੁ ਦੇ ਨਾਲ ਹੀ ਪੇਰੈਂਟਸ ਜਿਹੜੇ ਨੇ ਉਹ ਇੰਨੇ ਨਾਲ ਹੀ ਖੁਸ਼ ਹੋ ਜਾਂਦੇ, ਬਹੁਤ ਜ਼ਿਆਦਾ ਐਫਰਟ ਕਰਨ ਦੀ ਵੀ ਜ਼ਰੂਰਤ ਨਹੀਂ। ਔਰ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਇਸ ਵੇਲੇ ਮੇਰਾ ਖਿਆਲ 90% ਤੋਂ ਉੱਪਰ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਕਿ ਬੱਚਿਆਂ ਦੀ ਜਿਹੜੀ ਵਰਕਿੰਗ ਕੰਡੀਸ਼ਨ ਹੈ ਉਹ ਬਹੁਤ ਹਾਰਡ ਹੈ ਔਰ ਟਾਈਮ ਜਿਹੜਾ ਪ੍ਰਾਈਵੇਟ ਸੈਕਟਰ ਹੋਵੇ ਜਾਂ ਕਿਤੇ ਵੀ ਉਹਦੇ ਵਿੱਚ ਜਿਹੜੇ ਵਰਕਿੰਗ ਆਵਰਸ ਨੇ ਬਹੁਤ ਲੌਂਗ ਨੇ ਔਰ ਪ੍ਰੈਸ਼ਰ ਹੈ, ਕਿਉਂਕਿ ਜਿੱਦਾਂ ਪ੍ਰਾਈਵੇਟ ਜੌਬਸ ਨੇ ਉਹਨਾਂ ਦੇ ਵਿੱਚ ਪ੍ਰੈਸ਼ਰ ਬਹੁਤ ਹੈ ਔਰ ਪੇਰੈਂਟਸ ਸਮਝਦੇ ਵੀ ਨਹੀਂ ਇਸ ਗੱਲ ਨੂੰ। ਤਾਂ ਥੋੜਾ ਜਿਹਾ ਤਾਲਮੇਲ ਜਿਹੜਾ ਹੈ ਕਿ ਮਾਂ-ਬਾਪ ਉਸ ਚੀਜ਼ ਨੂੰ ਸਮਝ ਲੈਣ ਔਰ ਬੱਚੇ ਜਿਹੜੇ ਨੇ ਉਹ ਥੋੜਾ ਜਿਹਾ ਟਾਈਮ ਦੇ ਕੇ ਆਪਣੀ ਜਿਹੜੀ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਟਾਈਮ ਕੱਢ ਕੇ ਮਾਂ-ਬਾਪ ਨੂੰ ਦੇ ਦੇਣ ਤੇ ਉਹਦੇ ਨਾਲ ਤਾਲਮੇਲ ਬੈਠ ਸਕਦਾ, ਕੋਈ ਬਹੁਤ ਵੱਡੀ ਚੀਜ਼ ਨਹੀਂ। ਦੇਖੋ ਜਿਵੇਂ ਗੱਲ ਹੁੰਦੀ ਪਈ, ਦੇਖੋ ਮਾਪਿਆਂ ਲਈ ਥੋੜਾ ਜਿਹਾ ਟਾਈਮ ਕੱਢਣਾ ਅੱਜ ਸਾਡੇ ਲਈ ਇੰਨਾ ਔਖਾ ਹੁੰਦਾ ਪਿਆ ਕਿ ਵੀ ਸਾਨੂੰ ਉਹ ਚੀਜ਼ਾਂ ਮੈਨੇਜ ਕਰਨੀਆਂ ਪੈਂਦੀਆਂ। ਇੱਕ ਸਮਾਂ ਇਦਾਂ ਦਾ ਹੁੰਦਾ ਸੀ ਕਿ ਗਰਮੀ ਦੀਆਂ ਛੁੱਟੀਆਂ ਪੈਣੀਆਂ, ਮਹੀਨਾ 2-2 ਮਹੀਨੇ ਨਾਨਕੇ ਹੀ ਰਹਿਣਾ, ਹਨਾ, ਨਾਨੀ ਹੁਣਾਂ ਦੇ ਕੋਲ ਰਹਿਣਾ, ਆਪਾਂ ਘਰ ਦੇ ਵਿੱਚ ਆਪਾਂ ਦਾਦਾ ਦਾਦੀ ਦੇ ਕੋਲ ਆ, ਬੱਚੇ ਛੋਟੇ ਹੁੰਦੇ ਆ ਤਾਂ ਦਾਦਾ ਮੋਢਿਆਂ ਤੇ ਬਿਠਾ ਕੇ ਕਹਿਣਾ ਚੱਲ ਤੈਨੂੰ ਪਿੰਡ ਦੀ ਸੈਰ ਕਰਾ ਲਿਆਵਾਂ ਜਾਂ ਬਾਹਰ ਜਾ ਆਈਏ, ਹਨਾ। ਜੇ ਦਾਦੀ ਦੀ ਆਪਾਂ ਗੱਲ ਕਰਦੇ ਆ, ਕਹਾਣੀਆਂ, ਬੁਝਾਰਤਾਂ ਜੋ ਆਪਾਂ ਨਾਨਕੇ ਪਿੰਡ ਆਪਾਂ ਦੇਖਦੇ ਵੀ ਰਾਤ ਨੂੰ ਕਹਿਣਾ, ਚਲੋ ਹੁਣ ਤਾਂ ਯੁੱਗ ਬਦਲਦਾ ਆ, ਸਮਾਂ ਬਦਲਦਾ ਆ, ਹਨਾ, ਵੀ ਬਾਹਰ ਮੰਜਿਆਂ ਤੇ ਸੌਣਾ ਤੇ ਬੁਝਾਰਤਾਂ ਪਾਉਣੀਆਂ, ਅੱਧੀ ਰਾਤ ਤੱਕ ਕਹਾਣੀਆਂ ਸੁਣਾਉਣੀਆਂ, ਵੀ ਇਹ ਜਿਹੜੀਆਂ ਚੀਜ਼ਾਂ ਆ ਇਹ ਅਲੋਪ ਹੁੰਦੀਆਂ ਜਾਂਦੀਆਂ ਅੱਜ ਦੇ ਸਮਿਆਂ ਦੇ ਵਿੱਚ। ਅਲੋਪ ਹੋਣ ਦਾ ਇੱਕ ਜਿਹੜਾ ਕਾਰਨ ਉਹ ਆਪਾਂ ਇਹ ਸਮਝਦੇ ਆ ਕਿ ਜਿਹੜੇ ਗੈਜਟਸ ਆਪਣੀ, ਹਨਾ, ਫੋਨਸ ਵਗੈਰਾ ਯੂਜ਼ ਕਰਦੇ ਆ, ਆਪਾਂ ਕੰਪਿਊਟਰ ਯੂਜ਼ ਕਰਦੇ ਆ, ਹਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਕੀ ਲੱਗਦਾ ਕਿ ਵੀ ਇਹ ਬੱਚਿਆਂ ਤੇ ਕਿੰਨਾ ਕੁ ਅਸਰ ਪਾ ਰਹੀਆਂ ਨੇ ਕਿ ਇਹ ਬਜ਼ੁਰਗਾਂ ਨੂੰ ਜਿਹੜਾ ਆਪਾਂ ਦੇਖਦੇ ਹਾਂ ਕਿ ਵੀ ਸ਼ਿਕਾਰ ਉਹ ਇਕੱਲੇਪਨ ਦਾ ਤਾਂ ਹੋ ਹੀ ਰਹੇ ਨੇ, ਤੇ ਬੱਚਿਆਂ ਨੂੰ ਇਸ ਚੀਜ਼ ਦੇ ਵੱਲ ਕਿੱਦਾਂ ਲਿਆਂਦਾ ਜਾਵੇ ਤੇ ਉਸ ਚੀਜ਼ ਤੋਂ ਰੋਕਿਆ ਕਿੱਦਾਂ ਜਾਵੇ? ਦੇਖੋ, ਦੋ ਚੀਜ਼ਾਂ ਨੇ। ਜਦੋਂ ਅਸੀਂ ਪਿਛਲੇ ਕੁਝ ਸਾਲਾਂ ਦੇ ਵਿੱਚ ਜਾਂਦੇ ਹਾਂ ਜਾਂ 2 ਦਹਾਕਿਆਂ ਦੇ ਪਿੱਛੇ ਅਸੀਂ ਚਲੇ ਜਾਂਦੇ ਹਾਂ,
ਉਦੋਂ ਮੇਰੇ ਕਮਰੇ ਦਾ ਕਨਸੈਪਟ ਨਹੀਂ ਸੀ ਜੀ ਜੀ ਬਿਲਕੁਲ ਮੇਰਾ ਕਮਰਾ, ਮੇਰਾ ਬਾਥਰੂਮ, ਮੇਰਾ ਤੌਲੀਆ, ਮੇਰੀ ਚੀਜ਼ ਦਾ ਕਨਸੈਪਟ ਨਹੀਂ ਸੀ। ਉਦੋਂ ਮੇਰਾ ਖਿਆਲ ਇੱਕ ਟਾਵਲ ਦੇ ਨਾਲ ਹੀ ਸਾਰਾ ਟੱਬਰ ਜਿਹੜਾ ਉਹ ਨਾਲ ਲੈਂਦਾ ਸੀਗਾ, ਜਾਂ ਇੱਕ ਬਾਥਰੂਮ ਹੁੰਦਾ ਸੀ ਮੇਰਾ ਖਿਆਲ, ਉਹ ਵੀ ਪ੍ਰੋਪਰ ਬਾਥਰੂਮ ਨਹੀਂ ਸੀ ਹੁੰਦੇ, ਠੀਕ ਹੈ ਨਾ। ਸੌਣ ਵਾਸਤੇ ਕੋਈ ਕਮਰਾ ਨਹੀਂ ਸੀ, ਇੱਕ ਦਲਾਨ ਹੁੰਦਾ ਸੀਗਾ, ਉੱਥੇ ਹੀ ਸਰਦੀਆਂ ਦੇ ਵਿੱਚ ਸਾਰੇ ਹੁੰਦੇ ਸੀਗੇ, ਔਰ ਵਿਹੜੇ ਦੇ ਵਿੱਚ ਜਿਹੜਾ ਮੰਜੇ ਲਗਾ ਕੇ ਸੌਣਾ, ਔਰ ਤੁਸੀਂ ਗੱਲਾਂ ਕਰਨੀਆਂ ਸਾਰਿਆਂ ਦੀਆਂ, ਉਹ ਇੱਕ ਦੂਸਰੇ ਦੇ ਨੇੜੇ ਲਿਆਉਂਦਾ ਸੀਗਾ। ਮੈਂ ਇੱਥੇ ਇੱਕ ਨਿੱਕੀ ਜਿਹੀ ਗੱਲ ਕਰਨੀ ਚਾਹਾਂਗਾ ਤੁਹਾਡੀ ਗੱਲ ਦੇ ਨਾਲ ਹੀ। ਸਾਡੇ ਫੁੱਫੜ ਹੋਣੀ ਨਾ, ਉਹ ਬੜੇ ਥੋੜੇ ਜਿਹੇ ਸਖਤ ਸੁਭਾਅ ਦੇ ਹੁੰਦੇ ਸੀ। ਟੀਵੀ ਜਦੋਂ ਨਵੇਂ ਆਏ ਤੇ ਉਹ ਘਰ ਦੇ ਸਾਰੇ ਬੱਚੇ ਕਹਿਣ ਕਿ ਟੀਵੀ ਲੈ ਕੇ ਆਉਣਾ, ਸਾਰੀਆਂ ਗੱਲਾਂ ਤੋਂ ਸਮਰੱਥ ਸੀਗੇ, ਪਰ ਉਹ ਕਹਿੰਦੇ ਟੀਵੀ ਨਹੀਂ ਲੈ ਕੇ ਆਉਣਾ। ਬਿਲਕੁਲ ਸਾਰੇ ਕਹਿੰਦੇ ਕਿਉਂ ਨਹੀਂ ਲੈ ਕੇ ਆਉਣਾ ਟੀਵੀ, ਸਾਰਿਆਂ ਦੀ ਦੁਨੀਆ ਦੇ ਕੋਲ ਟੀਵੀ ਆ ਰਿਹਾ ਵੀ ਆਪਾਂ ਵੀ ਟੀਵੀ ਲੈ ਆਈਏ। ਉਹ ਕਹਿੰਦੇ ਨਹੀਂ ਯਾਰ, ਟੀਵੀ ਜਦੋਂ ਲੈ ਆਂਦਾ ਤੁਸੀਂ ਸਾਰਿਆਂ ਨੇ ਟੀਵੀ ਦੇ ਕੋਲ ਬੈਠ ਜਾਣਾ ਤੇ ਮੇਰੇ ਨਾਲ ਗੱਲਾਂ ਕਰੇਂਗਾਂ ਦੀਆਂ। ਜੀ ਇਹ ਬਿਲਕੁਲ ਹਕੀਕਤ ਹੈਗੀ ਆ। ਤੁਸੀਂ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਦੇਖੋ ਕਿ ਉਹਨਾਂ ਨੇ ਕਿੰਨਾ ਲੰਬਾ ਸੋਚ ਲਿਆ ਜੀ। ਜਦੋਂ ਉਦੋਂ ਵੀ ਟੀਵੀ ਆਉਂਦੇ ਸੀ, ਇੱਕ ਘਰ ਦੇ ਵਿੱਚ ਇੱਕ ਟੀਵੀ ਹੁੰਦਾ ਸੀ, ਇੱਕ ਹੀ ਹੁੰਦਾ ਸੀਗਾ ਨਾ, ਔਰ ਦੂਰਦਰਸ਼ਨ ਹੀ ਹੁੰਦਾ ਸੀਗਾ। ਸ਼ਾਮ ਨੂੰ ਲਿਸ਼ਕਾਰਾ ਦੇਖਣਾ, ਜਾਂ ਉਹ ਆਉਂਦੇ ਹੁੰਦੇ ਸੀਗੇ। ਪਹਿਲੀ ਗੱਲ ਤਾਂ ਦੋ ਬੰਦੇ ਦੀ ਡਿਊਟੀ ਹੁੰਦੀ ਸੀ ਕਿ ਉੱਪਰ ਖੜ ਕੇ ਐਂਟੀਨਾ ਘੁਮਾਉਣਾ ਕਿ ਤੁਸੀਂ ਕਿੱਥੇ ਆ ਰਹੇ ਹੋ, ਬਾਕੀ ਬੰਦੇ ਲਿਸ਼ਕਾਰਾ ਦੇਖਣਾ ਤੇ ਇੱਕ ਨੇ ਐਂਟੀਨਾ ਘੁਮਾਉਣਾ। ਉਹ ਜਿਹੜੀਆਂ ਚੀਜ਼ਾਂ ਸੀ ਉਹ ਫੇਰ ਵੀ ਕਿਤੇ ਨਾ ਕਿਤੇ ਪਰਿਵਾਰ ਨੂੰ ਜੋੜਦੀਆਂ ਸੀ, ਪਰ ਉਹਨਾਂ ਨੂੰ ਦੇਖੋ ਇੱਕ ਡਰ ਸੀ ਕਿ ਜੇ ਸਾਰਿਆਂ ਨੇ ਟੀਵੀ ਦੇਖਿਆ, ਮੇਰੇ ਕੋਲ ਕਿਸੇ ਨੇ ਨਹੀਂ ਬੈਠਣਾ। ਉਹਨਾਂ ਦਾ ਤੁਸੀਂ ਜੇ ਦੇਖੋ ਕਿ ਉਹਨਾਂ ਨੇ ਕਿੰਨੇ ਸਟੈਪ ਅੱਗੇ ਸੋਚਿਆ। ਹੁਣ ਕੰਡੀਸ਼ਨ ਇਹ ਹੈਗੀ ਆ ਕਿ ਹਰ ਇੱਕ ਦੇ ਕਮਰੇ ਵਿੱਚ ਆਪਣਾ ਟੀਵੀ, ਆਪਣਾ ਰਿਮੋਟ, ਆਪਣਾ ਪ੍ਰੋਗਰਾਮ। ਜੀ ਉਹ ਜਿਹੜੀਆਂ ਚੀਜ਼ਾਂ ਨੇ ਉਹ ਤੇ ਤੁਸੀਂ ਬਿਲਕੁਲ ਘਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਘਰ ਦੇ ਵਿੱਚ ਨਹੀਂ ਹੈਗੇ। ਬਿਲਕੁਲ ਤੁਸੀਂ ਕਿਸੇ ਨੇ ਸ਼ੇਅਰ ਹੀ ਨਹੀਂ ਕਰਦੇ, ਕੋਈ ਵੀ ਚੀਜ਼ ਸ਼ੇਅਰ ਨਹੀਂ ਕਰਦੇ। ਮੈਂ ਬਸ ਵੀ ਇਹ ਮੇਰੀਆਂ ਚੀਜ਼ਾਂ ਮੇਰੇ ਤੱਕ ਹੀ ਸੀਮਿਤ ਰਹਿਣ, ਹੈ ਨਾ। ਹੁਣ ਤੁਸੀਂ ਉਹਦੇ ਤੇ ਆ ਗਏ, ਮੇਰਾ ਰੂਮ, ਮੇਰਾ ਟੀਵੀ, ਮੇਰਾ ਸਭ ਕੁਝ, ਮੇਰਾ ਤੌਲੀਆ, ਇਜਾਜ਼ਤ ਲੈ ਕੇ ਤੇ ਕੋਈ ਨਹੀਂ ਕਹਿੰਦਾ ਕਿ ਮੇਰਾ ਬੇਬੇ ਬਾਪੂ, ਉਹ ਤੇ ਤੇਰਾ ਹੋ ਗਿਆ ਵੀ ਛੋਟੇ ਹੁੰਦੇ ਲੜਦੇ ਮਾਂ ਮੇਰੀ ਮਾਂ ਮੇਰੀ, ਹੈ ਨਾ, ਵੱਡੇ ਹੋ ਕੇ ਲੜਦੇ ਨੇ ਵੀ ਮਾਂ ਤੇਰੀ ਮਾਂ ਤੇਰੀ, ਹੈ ਨਾ। ਬਿਲਕੁਲ ਜੀ। ਔਰ ਇਹ ਜਿਹੜੇ ਵੰਡ ਵਡਾਈਏ ਆ, ਜ਼ਮੀਨਾਂ ਦੀਆਂ ਵੰਡ ਹੋ ਗਈ, ਸਾਰਾ ਕੁਝ ਹੋ ਗਿਆ, ਮਾਂ-ਬਾਪ ਦੇ ਵੰਡਣ ਵੇਲੇ ਸਾਰਿਆਂ ਦੇ ਜਿਹੜੇ ਕਿ ਪੈਰ ਪਿਛਾਂ ਨੂੰ ਚਲੇ ਜਾਂਦੇ ਆ, ਔਰ ਮਾਂ-ਬਾਪ ਉਸ ਵੇਲੇ ਵੱਟ ਤੇ ਖੜੇ ਇਹ ਵੀ ਸੋਚਦੇ ਆ ਕਿ ਇਹਨਾਂ ਧੀਆਂ ਪੁੱਤਰਾਂ ਨੂੰ ਅਸੀਂ ਜੰਮਿਆ ਜਾਇਆ, ਅੱਜ ਇਹ ਪੈਸੇ ਦੇ ਪੁੱਤ ਹੋ ਗਏ, ਸਾਡੇ ਬਣੇ ਨਹੀਂ। ਕਿਉਂਕਿ ਜਿਵੇਂ ਤੁਸੀਂ ਬਹੁਤ ਵੱਡੀਆਂ ਘਟਨਾਵਾਂ ਦੱਸੀਆਂ, ਇਸੇ ਤਰ੍ਹਾਂ ਦੀ ਘਟਨਾਵਾਂ ਇੱਕ ਸਾਕਸ਼ੀ ਸਾਨੀ ਹੈ ਕੋਈ, ਜਿਹੜੀ ਕਿ 63 ਸਾਲ ਦੀ ਉਮਰ ਦੇ ਵਿੱਚ, ਜਿਨ੍ਹਾਂ ਦਾ ਬਹੁਤ ਬੁਰੀ ਹਾਲਾਤ ਦੇ ਵਿੱਚ ਉਹਨਾਂ ਦਾ ਸਿਰਫ ਪਿੰਜਰ ਹੀ ਮਿਲਦਾ, ਬੱਚਾ ਉਹਨਾਂ ਦਾ IT ਪ੍ਰੋਫੈਸ਼ਨਲ ਅਮਰੀਕਾ ਦੇ ਵਿੱਚ, ਬੰਬੇ ਦੀ ਇਹ ਘਟਨਾ ਹੈ ਨਾ। ਤੇ ਇਹ ਜਿਹੜੀਆਂ ਚੀਜ਼ਾਂ ਅਸੀਂ ਪੈਸੇ ਦੇ ਮਗਰ ਦੌੜ ਗਏ ਆ। ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਅੱਜ ਸਾਡੇ ਘਰਾਂ ਦੇ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਚਲੇ ਗਏ ਨੇ, ਬਜ਼ੁਰਗ ਇੱਥੇ ਇਕੱਲੇ ਰਹਿ ਗਏ ਨੇ, ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਨੇ। ਕੀ ਸੁਨੇਹਾ ਦਵੋਗੇ ਅੱਜ? ਸਨੇਹਾ ਤੇ ਨਹੀਂ, ਇਹ ਇੱਕ ਦਰਦਨਾਕ ਹਾਲਤ ਹੈ ਜਿਹਦੇ ਵਿੱਚੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਘਰ ਦੀ ਕਹਾਣੀ ਹੈ, ਔਰ ਹਰ ਇੱਕ ਦੇ ਉੱਤੇ ਟਾਈਮ ਆਉਣਾ। ਜੇ ਤੁਸੀਂ ਆਪਣੇ ਮਾਂ-ਬਾਪ ਨੂੰ ਘਰ ਦੇ ਵਿੱਚ ਨਹੀਂ ਰੱਖ ਸਕਦੇ, ਤੁਹਾਡੇ ਬੱਚਿਆਂ ਨੇ ਵੀ ਅੱਗੋਂ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਮਹਿਸੂਸ ਕਰਨੀਆਂ। ਜੀ ਉਹੀ ਗੱਲ ਕਿ ਇੱਥੇ ਨਹੀਂ ਮੈਨੂੰ ਅੱਗੇ ਡੁੱਬੀ। ਬਿਲਕੁਲ ਬਿਲਕੁਲ। ਔਰ ਇੱਕ ਜਿਹੜੀ ਬਹੁਤ ਵੱਡੀ ਚੀਜ਼ ਜਿਹੜੀ ਆ ਕਿ ਮਾਂ ਸੱਸ ਚੰਗੀ ਹੋਵੇ ਜਾਂ ਕੰਧ ਤੇ ਟੰਗੀ ਹੋਵੇ, ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਹਰ ਇੱਕ ਮਾਂ ਜਿਹੜੀ ਉਹ ਸੱਸ ਆ, ਚਾਹੇ ਉਹ ਮੁੰਡੇ ਦੀ ਸੱਸ ਆ ਜਾਂ ਉਹ ਇੱਕ ਜਿਹੜੀ ਨੂੰਹ ਆਪਣੀ ਸੱਸ ਨੂੰ ਇਹ ਗੱਲ ਕਹਿ ਰਹੀ ਆ, ਉਹਦੀ ਭਾਬੀ ਦੀ ਵੀ ਉਹਦੀ ਮਾਂ ਸੱਸ ਆ। ਬਿਲਕੁਲ। ਇਹਦਾ ਮਤਲਬ ਕੀ ਹੋਇਆ ਕਿ ਤੁਸੀਂ ਹਰ ਇੱਕ ਮਾਂ ਜਿਹੜੀ ਆ ਉਹਨੂੰ ਕੰਧ ਦੇ ਉੱਤੇ ਟੰਗਦੇ ਹੋ। ਜੀ। ਦੂਸਰਾ ਜਿਹੜਾ ਇੱਕ ਕਨਸੈਪਟ ਹੈਗਾ ਕਿ ਲੜਕੀ ਨੂੰ ਸ਼ੁਰੂ ਤੋਂ ਬਚਪਨ ਤੋਂ ਇਹ ਕਿ ਸੱਸ ਮਾੜੀ ਆ, ਉਹ ਜਿਹੜਾ ਕਨਸੈਪਟ ਆ ਕਿ ਨਹੀਂ, ਜੇ ਮੇਰੀ ਮਾਂ ਚੰਗੀ ਆ ਜਾਂ ਮੈਂ ਚੰਗੀ ਆ, ਤੇ ਜਿਹੜੀ ਲੜਕੇ ਦੀ ਜਾਂ ਜਿੱਥੇ ਨੇ ਵਿਆਹੀ ਜਾਣਾ ਉਹ ਵੀ ਮਾਂ ਆ। ਬਿਲਕੁਲ। ਉਹ ਵੀ ਉਦਾਂ ਦੀ ਮਾਂ। ਇਹ ਨਹੀਂ ਹੋ ਸਕਦਾ ਹੈਗਾ ਕਿ ਇੱਕ ਮਾਂ ਜਿਹੜੀ ਆ ਉਹ ਸੱਸ ਬਣ ਕੇ, ਇੱਕ ਦੋ ਕੇਸ ਹੋ ਸਕਦੇ ਆ ਐਕਸੈਪਸ਼ਨਲ ਤੇ ਅਸੀਂ ਕਿ ਹਰ ਇੱਕ ਜਗ੍ਹਾ ਤੇ ਹੁੰਦੇ ਨੇ, ਉਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ। ਉਹ ਜਿਹੜੀਆਂ ਚੀਜ਼ਾਂ ਨੇ ਉਹ ਕਿਤੇ ਨਾ ਕਿਤੇ ਸਾਡੇ ਆਪਣੇ ਸਮਾਜ ਦੇ ਵਿੱਚੋਂ ਜਿੰਨੀ ਦੇਰ ਨਹੀਂ ਉੱਠਦੀਆਂ ਹੈਗੀਆਂ, ਉਹਨੂੰ ਤੁਸੀਂ ਸਮਾਜ ਦੇ ਵਿੱਚ ਸੁਧਾਰ
ਨਹੀਂ ਕਰ ਸਕਦੇ। ਲੋੜ ਹੈ ਜੀ ਅੱਜ ਸੁਧਾਰ ਕਰਨ ਦੀ, ਆਪਣੇ ਵਿੱਚ ਵੀ ਆਪਣੀਆਂ ਬੱਚੀਆਂ ਨੂੰ ਚੰਗੇ ਤਰੀਕੇ ਨਾਲ ਸਮਝਾਉਣ ਦੀ, ਬੱਚਿਆਂ ਨੂੰ ਵੀ ਸਮਝਣ ਦੀ। ਮਾਂ-ਬਾਪ ਨੂੰ ਥੋੜਾ ਜਿਹਾ ਦਿੱਤਾ ਹੋਇਆ ਟਾਈਮ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਲਿਆ ਸਕਦਾ। ਕਹਿੰਦੇ ਨੇ ਕਿ ਜਿਨ੍ਹਾਂ ਜੰਮਿਆ ਪਾਲ ਵਿਆਹਿਆ ਰੋਜ਼ੀ ਰੋਟੀ ਦੇ ਵਿੱਚ ਪਾਇਆ, ਤਕੜੇ ਹੋ ਕੇ ਭੁੱਲ ਜਾਂਦੇ ਕਿਉਂ ਤਾਣ ਬਜ਼ੁਰਗਾਂ ਦਾ ਘਰ ਘਰ ਵਿੱਚ ਹੋਣਾ ਚਾਹੀਦਾ ਹੈ, ਸਨਮਾਨ ਬਜ਼ੁਰਗਾਂ ਦਾ। ਤੁਸੀਂ ਅੱਜ ਸਾਡੇ ਨਾਲ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ। ਸ਼ੁਕਰੀਆ।